ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਦਰ ਕਰਨੀ ਮਹਾਰਾਜ। ਗੁਰੂ ਨਾਨਕ ਸਾਹਿਬ ਹਜ਼ੂਰ। ਮਿਲ ਜਗਦੀਸ਼ ਮਿਲਨ ਕੀ ਬਰੀਆ। ਕਿਰਪਾ ਕਰਨਾ ਮਹਾਰਾਜ। ਭੂਲ छिमो हमरी प्रवापन भूलनहार कहाँ को मूसो। काहे रे बन खोजन जाई सर्प निवासी सदा अलेपा तोहे संग समाई। वाहिगुरु जी का खालसा वाहिगुरु जी की फतेह। आसा दी वार दी है बाणी ਦੇ ਦਰਸ਼ਨ ਅਸੀਂ ਕਰ ਰਹੇ ਹਾਂ। ਇੱਕ ਪੱਖੋਂ ਸਮਝੀਏ ਤੇ ਗੁਰੂ ਨਾਨਕ ਸਾਹਿਬ ਨੂੰ ਮਿਲਣ ਦਾ ਇਹ ਵਿਧੀ ਹੈ, ਮੈਥਡ ਹੈ। ਗੁਰੂ ਦੀ ਹਜ਼ੂਰੀ ਹਰ ਜਗ੍ਹਾ ਹੈ। ਕੋਈ ਸਥਾਨ ਨਹੀਂ ਹੈ ਜਿੱਥੇ ਗੁਰੂ ਨਹੀਂ ਹੈ, ਪਰ ਉਹ ਪ੍ਰਗਟਤਾ ਹੁੰਦਾ ਹੈ। ਉਹ ਸਾਡੇ सम्मुख तां हाजिर हुंदा है जदों गुरु वल असीं मुख करते हाँ, गुरु दा ध्यान करते हाँ। सिख दी आराधना विच गुरु हाजिर हुंदा है। गुरु दी आराधना करन दी एक विधि गुरु दे शब्द दी हजूरी मन विच बिठाण दी है। अचरज बाणी है, साडे मन विच प्रश्न उठाती है। ये दो पौड़ियां विच दो मुख प्रश्न साडे सामने आए हैं, उन्हां दा भी ध्यान करते चलीए। पहले बीबा ने पूछा सी कि यह की गल है कि जिन्हां नूं असी खंडां ब्रह्मंडां नूं असी काल दे अंदर जाणदे हां, साहिब उस नूं सच्चे दे दर्शन विच रूप विच प्रगट कर रहे हैं। बुनियादी प्रश्न है। जो कुछ दिखता है वो सब खत्म होने वाला है, फिर वो किवें सच्चे दे दर्शन किवें हन। एक पौड़ी विच गगनदीप वीर ने बहुत लाजमी प्रश्न पूछा सी कि मैं तो दुनिया विच विचरदा हाँ और दुनिया नाल मोह नहीं टुटदा। ये मूल प्रश्न हैं साडे सारियां दे। किसी न किसी रूप विच असी जरूर इन्हां प्रश्नां दा नाल उलझदे हाँ। दरअसल ये दोनों प्रश्न सानू कुछ दसदे हैं साडे बारे और कुछ दसदे हैं गुरु बारे। गुरु की दृष्टि और मेरी दृष्टि विच इतना ज़्यादा भेद है कि जिथे मैनू दुनिया दिखती है, गुरु नूं वो बनाण वाला दिखता है। यह मेरी मन की अवस्था की गल है। जपजी साहब विच महाराज ने सचखंड की गल की है। सचखंड वसे निरंकार। इहदा यह मतलब नहीं कि निरंकार सिर्फ एक खंड विच वसदा है और सारी दुनिया विच हाजिर नहीं है। मैनू लगता है इहदा यह अर्थ है कि मेरी मानसिक दृष्टि, मेरी मन की अवस्था जदों सचखंड लई तैयार होएगी
ਤਾਂ ਉਹਦੀ ਹਜ਼ੂਰੀ ਮੈਂ ਦੇਖ ਪਾਵਾਂਗਾ ਹਰ ਜਗ੍ਹਾ। ਸਮਝਣਾ ਮਹਾਰਾਜ, ਇਸ ਸਾਰੀ ਸ੍ਰਿਸ਼ਟੀ ਵਿੱਚ ਸਾਨੂੰ ਕੀ ਦਿਖਦਾ ਹੈ ਔਰ ਗੁਰੂ ਕੀ ਦੇਖ ਕੇ ਗੱਲ ਕਰ ਰਿਹਾ ਹੈ। ਇਹ ਗੁਰੂ ਬਾਰੇ ਕੁਝ ਦੱਸ ਰਿਹਾ ਹੈ। ਅੱਜ ਦੀ ਪੌੜੀ ਵੀ ਅਤੀ ਕਮਾਲ ਦੀ ਪੌੜੀ ਹੈ। ਇਹਦੇ ਦਰਸ਼ਨ ਕਰਦੇ ਸਾਨੂੰ ਆਪਣੇ ਬਾਰੇ ਕੁਝ ਸਮਝ ਆਏਗਾ। ਔਰ ਗਗਨਦੀਪ ਵੀਰ ਦਾ ਜਿਹੜਾ ਪ੍ਰਸ਼ਨ ਸੀ, ਅੱਜ ਦੀ ਪੌੜੀ ਵਿੱਚ ਉਸ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਦਰਅਸਲ ਸਾਡੇ ਪ੍ਰਸ਼ਨ ਜਿਸ ਦਿਨ ਮੁੱਕ ਜਾਣਗੇ, ਉਸ ਦਿਨ ਮੈਂ ਗੁਰੂ ਦੇ ਨਾਲ ਟੁਰਨ ਲਈ ਤਿਆਰ ਹੋ ਜਾਵਾਂਗਾ। ਜਦ ਤੱਕ ਮੇਰੇ ਪ੍ਰਸ਼ਨ ਹਨ, ਮੈਂ ਟੁਰ ਨਹੀਂ ਸਕਦਾ, ਕਿਉਂਕਿ ਮੈਂ ਗੁਰੂ ਨੂੰ ਅਰਪਣ ਨਹੀਂ ਹੁੰਦਾ। ਔਰ ਗੁਰੂ ਨਾਲ ਮਿਲਣ ਤਾਂ ਹੀ ਹੈ ਜਦੋਂ ਮੈਂ ਆਪਣਾ ਮਨ ਛੱਡਣ ਲਈ ਤਿਆਰ ਹੋ ਜਾਂਦਾ ਹਾਂ। ਉਸ ਦਿਨ ਗੁਰੂ ਹਾਜ਼ਰ ਹੋ ਜਾਂਦਾ ਹੈ। ਜਦ ਤੱਕ ਮੈਂ ਆਪਣੇ ਹੰਕਾਰ ਵਿੱਚ ਆਪਣੇ ਪ੍ਰਸ਼ਨਾਂ ਨੂੰ ਟਟੋਲਦਾ ਰਵਾਂਗਾ, ਤਦ ਤੱਕ ਗੁਰੂ ਨਾਲ ਮਿਲਣ ਨਹੀਂ ਹੋ ਪਾਏਗਾ। ਗੁਰੂ ਭਾਵੇਂ ਨਾਲ ਹੀ ਬੈਠਾ ਹੋਏ, ਗੁਰੂ ਨਾਲ ਮਿਲਣ ਮਨ ਦੀ ਇੱਕ ਅਵਸਥਾ ਹੈ। ਔਰ ਉਸ ਮਾਨਸਿਕ ਅਵਸਥਾ ਲਈ ਤਿਆਰੀ ਤਾਂ ਹੀ ਹੋਏਗੀ ਜਦੋਂ ਮੈਂ ਇਸ ਮਨ ਨੂੰ ਅਰਪਣ ਕਰਨ ਲਈ ਤਿਆਰ ਹੋ ਜਾਵਾਂਗਾ। ਜਦੋਂ ਮੇਰੇ ਪ੍ਰਸ਼ਨ ਡਿੱਗ ਪੈਣਗੇ, ਮੈਂ ਟੁਰਨ ਨੂੰ ਤਿਆਰ ਹੋ ਜਾਵਾਂਗਾ। ਇਸ ਤਰ੍ਹਾਂ ਸਮਝ ਲਈਏ। ਦੇਖੋ ਕਿਵੇਂ ਭਾਗ ਨੇ। ਮਹਾਰਾਜ ਕਿਰਪਾ ਕਰਦੇ ਹਨ। ਸਮਾਂ ਥੋੜ੍ਹਾ ਮਿਲਦਾ ਹੈ। ਹਜ਼ੂਰ ਦੀ ਬਾਣੀ ਦੀ ਵਿਚਾਰ ਕੁਝ ਸਮਾਂ ਹੀ ਹੋ ਪਾ ਰਹੀ ਹੈ ਅੱਜ ਕੱਲ੍ਹ। ਉਹ ਵੀ ਇੱਕ ਸਮਾਂ ਸੀ ਜਦੋਂ ਰੋਜ਼ ਕਰ ਪਾਉਂਦੇ ਸਾਂ। ਅਰਦਾਸ ਤਾਂ ਮਹਾਰਾਜ ਨੂੰ ਇਹੀ ਹੈ ਕਿ ਕੋਈ ਕਿਰਪਾ ਨਾਲ, ਕਿਸੇ ਵਿਧੀ ਨਾਲ ਜੀਵਨ ਦੇ ਉਹ ਮਾਰਗ ਖੁੱਲ੍ਹ ਜਾਣ ਜਿੱਥੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਵਿਚਾਰ ਨਿਤ ਸੰਗਤ ਵਿੱਚ ਹੋ ਸਕੇ। ਇਹ ਤਾਂ ਮੇਰੀ ਪਰਸਨਲ ਕਾਲਿੰਗ ਹੈ। ਆਓ ਕੋਈ ਵੀਰ ਭੈਣ ਇਸ ਪਦੇ ਨੂੰ, ਇਸ ਪੌੜੀ ਨੂੰ ਪੜ੍ਹ ਲਈਏ। ਵਿਸਮਾਦ ਦਾ ਜਿਹੜਾ ਪਦਾ ਹੈ ਉਹੀ ਪੂਰਾ ਹੋ ਜਾਏਗਾ ਅੱਜ। ਮੈਨੂੰ ਨਹੀਂ ਲੱਗਦਾ ਇਸ ਤੋਂ ਅੱਗੇ ਜਾ ਪਾਵਾਂਗੇ। ਵਿਚਾਰ ਬੜੀ ਡੂੰਘੀ ਹੈ, ਕਿਉਂਕਿ ਮੇਰਾ ਔਰ ਗੁਰੂ ਦੇ ਮਨ ਦੇ ਵਿੱਚ ਭੇਦ ਬੜੇ ਨੇ। ਸਮਾਂ ਜ਼ਿਆਦਾ ਚਾਹੀਦਾ ਹੈ ਵਿਚਾਰਾਂ ਨੂੰ ਸੁਲਝਾਉਣ ਲਈ। ਮਨ ਮੇਰਾ ਉਲਝਿਆ ਹੈ ਦੁਨੀਆ ਦੇ ਵਿੱਚ। ਗੁਰੂ ਦੇ ਸੰਮੁਖ ਜਾਂਦੇ ਜਾਂਦੇ ਮਨ ਗਿਰ ਜਾਏ, ਗੁਰੂ ਨਾਲ ਮਿਲਣ ਹੋ ਜਾਏ, ਇਹੀ ਅਰਦਾਸ। ਆਓ ਅੱਗੇ ਚੱਲੀਏ। ਵਾਹਿਗੁਰੂ ਜੀ। ਸ਼ਲੋਕ ਮਹਿਲਾ ਪਹਿਲਾ। ਵਿਸਮਾਦ ਨਾਲ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੈ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੈ ਪ੍ਰਾਣੀ, ਵਿਸਮਾਦ ਸੰਜੋਗ, ਵਿਸਮਾਦ ਵਿਜੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਾਲਾ, ਵਿਸਮਾਦ ਉਜੜ, ਵਿਸਮਾਦ ਰਾਹ, ਵਿਸਮਾਦ ਨੇੜੈ, ਵਿਸਮਾਦ ਦੂਰ, ਵਿਸਮਾਦ ਦੇਖੈ ਹਾਜ਼ਰਾ ਹਜੂਰ, ਵੇਖ ਵਿਡਾਣ ਰਿਹਾ ਵਿਸਮਾਦ, ਨਾਨਕ
ਪੁੱਜਣ ਪੂਰਾ ਭਾਗ। ਧੰਨਵਾਦ ਵੀ। ਮੈਨੂੰ ਪਾਉਣ ਔਰ ਪਾਣੀ ਦਿਖਦਾ ਹੈ, ਗੁਰੂ ਨੂੰ ਵਿਸਮਾਦ ਦਿਖਦਾ ਹੈ। ਮੈਨੂੰ ਨਾਦ ਸੁਣਦੇ ਹਨ, ਗਿਆਨ ਦਿਖਦਾ ਹੈ, ਗੁਰੂ ਨੂੰ ਵਿਸਮਾਦ ਦਿਖਦਾ ਹੈ। ਮੈਨੂੰ ਜੀ ਜੰਤ ਦਿਖਦੇ ਹਨ, ਇਹ ਸਾਰੀ ਸ੍ਰਿਸ਼ਟੀ ਦਾ ਆਕਾਰ ਦਿਖਦਾ ਹੈ। ਗੁਰੂ ਨੂੰ ਸਭ ਵਿਸਮਾਦ ਦਿਖਦਾ ਹੈ। ਇਹ ਭੇਦ ਹੈ ਮੇਰੀ ਮਾਨਸਿਕ ਅਵਸਥਾ ਦਾ ਔਰ ਗੁਰੂ ਦੀ ਦ੍ਰਿਸ਼ਟੀ ਦਾ। ਦਰਅਸਲ ਇਹ ਜਾਪਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਜੀਵਨ ਵਿਸਮਾਦ ਵਿੱਚ ਹੀ ਹੈ ਔਰ ਵਿਸਮਾਦਿਤ ਅਵਸਥਾ ਤੋਂ ਦੁਨੀਆ ਵਿੱਚ ਵਿਚਰ ਰਹੇ ਹਨ। ਜਿਵੇਂ ਪੈਰ ਤਾਂ ਧਰਤੀ ਤੇ ਹਨ, ਜੀਵਨ ਤਾਂ ਗ੍ਰਸਤ ਦਾ ਹੈ, ਪਰ ਉਹਦੇ ਵਿੱਚੋਂ ਮਾਨਸਿਕ ਅਵਸਥਾ ਨਿਰਲੇਪ ਹੈ। ਇਸ ਪੌੜੀ ਦੇ ਪਹਿਲੇ ਪਦੇ ਵਿੱਚ ਜਦੋਂ ਅਸੀਂ ਸ਼ਲੋਕ ਨੂੰ ਵਿਸਮਾਦ ਦੇ ਸ਼ਲੋਕ ਨੂੰ ਵਿਚਾਰਦੇ ਹਾਂ ਤਾਂ ਪਹਿਲਾਂ ਵਿਸਮਾਦ ਸ਼ਬਦ ਨੂੰ ਜਾਣ ਲੈਣਾ ਬਹੁਤ ਜ਼ਰੂਰੀ ਹੈ ਔਰ ਇਹ ਦੋ ਪੱਖੋਂ ਜ਼ਰੂਰੀ ਹੈ, ਕਿਉਂਕਿ ਇਸ ਸ਼ਲੋਕ ਵਿੱਚ ਵਿਸਮਾਦ ਤੋਂ ਸਭ ਕੁਝ ਚੱਲ ਰਿਹਾ ਹੈ ਔਰ ਸਭ ਕੁਝ ਜਾਣ ਲੈ ਕੇ ਵੀ ਵਿਸਮਾਦ ਵਿੱਚ ਹੀ ਜਾਵਾਂਗੇ। ਮੈਂ ਸਮਝਾਉਂਦਾ ਹਾਂ ਮੈਂ ਕੀ ਕਹਿਣਾ ਚਾਹ ਰਿਹਾ। ਵਿਸਮਾਦ ਇੱਕ ਆਹ ਮੋਮੈਂਟ ਹੈ, ਅਸਚਰਜਤਾ, ਜਿਸ ਨੂੰ ਅਸੀਂ ਇੱਕ ਪੱਖੋਂ ਕਹਿ ਦਈਏ ਕਿ ਦੇਖਦੇ ਹੀ ਦੰਗ ਹੋ ਜਾਏ ਇਨਸਾਨ, ਜਾਂ ਸੁਣਦੇ ਹੀ ਦੰਗ ਰਹਿ ਜਾਏ ਇਨਸਾਨ ਔਰ ਉਸ ਦੇ ਜ਼ਰੀਏ ਮਨ ਖਲੋ ਜਾਏ, ਵਿਚਾਰ ਰੁਕ ਜਾਣ ਔਰ ਇੱਕ ਹਜ਼ੂਰੀ ਨਾਲ ਮਨ ਭਰ ਜਾਏ। ਵਿਸਮਾਦ ਬੌਧ ਧਰਮ ਵਿੱਚ ਇੱਕ ਸ਼ਬਦ ਵਰਤਿਆ ਗਿਆ ਹੈ, ਸਤੋਰੀ। ਸਤੋਰੀ ਸ਼ਬਦ ਢੁਕਦਾ ਲੱਗਦਾ ਹੈ ਮੈਨੂੰ ਵਿਸਮਾਦ ਨਾਲ, ਜਿੱਥੇ ਮੇਰੀ ਲਿਵ ਲੱਗ ਗਈ ਹੈ। ਦੁਨੀਆ ਦੇ ਸਰੀਰ ਦੇ ਰੂਪ ਵਿੱਚ ਤਾਂ ਦੁਨੀਆ ਦੇ ਅੱਗੇ ਪ੍ਰਗਟ ਹਾਂ, ਪਰ ਮੇਰੀ ਸੁਰਤ ਉਸ ਇਕਾਗਰਤਾ ਵਿੱਚ, ਹਜ਼ੂਰੀ ਵਿੱਚ ਬੈਠ ਗਈ ਹੈ, ਉਸ ਹਜ਼ੂਰੀ ਵਿੱਚ ਮਿਲ ਗਈ ਹੈ, ਜੁੜ ਗਈ ਹੈ, ਜਿੱਥੇ ਮੈਂ ਦੁਨੀਆ ਤੋਂ ਟੁੱਟ ਗਿਆ ਹਾਂ। ਇੱਕ ਤਰ੍ਹਾਂ ਦੇ ਕਰਤਾਰ ਦੇ ਦਰਸ਼ਨਾਂ ਵਿੱਚ ਬੈਠ ਗਿਆ ਹਾਂ। ਕੁਆਂਟਮ ਫਿਜ਼ਿਕਸ ਵੀ ਅੱਜ ਮੰਨਦੀ ਹੈ ਕਿ ਮੈਟਰ ਰੀਅਲ ਨਹੀਂ ਹੈ, ਉਹ ਵੱਡੀ ਥਿਊਰੀ ਹੈ, ਪਰ ਉਹ ਕਹਿੰਦੀ ਹੈ ਕਿ ਮੈਟਰ ਰੀਅਲ ਨਹੀਂ ਹੈ, ਜੋ ਦਿਖਦਾ ਹੈ ਉਹ ਹੈ ਨਹੀਂ। ਜੀਵਨ ਵੀ ਕੁਝ ਐਸੇ ਤਰ੍ਹਾਂ ਹੈ, ਜੋ ਦਿਖ ਰਿਹਾ ਹੈ ਉਹ ਇੱਕ ਪੱਖੋਂ ਸਾਨੂੰ ਠੋਸ ਦਿਖਦਾ ਹੈ, ਰੀਅਲ ਦਿਖਦਾ ਹੈ, ਪਰ ਇੱਕ ਪੱਖੋਂ ਉਹਦੇ ਪਿੱਛੇ ਕੀ ਖੜਾ ਹੈ ਸਾਨੂੰ ਨਹੀਂ ਨਜ਼ਰ ਆਉਂਦਾ। ਯਾਨੀ ਕਿ ਉਹਦਾ ਸੋਰਸ ਕੀ ਹੈ, ਉਹ ਕਿਸ ਸੋਰਸ ਤੋਂ ਸਭ ਕੁਝ ਬਣ ਰਿਹਾ ਹੈ। ਅਗਰ ਇਸ ਤਰ੍ਹਾਂ ਦੇਖੀਏ ਤਾਂ ਸਾਰਾ ਜੀਵਨ ਇੱਕ ਵਿਸਮਾਦਿਤ ਅਵਸਥਾ ਵਿੱਚ ਹਾਜ਼ਰ ਹੈ। ਨਿਰੰਕਾਰ ਇੱਕ ਵਿਸਮਾਦ ਸਟੇਟ ਵਿੱਚ ਹਜ਼ੂਰੀ ਰੂਪ ਵਿੱਚ ਹਾਜ਼ਰ ਹੈ, ਇੱਕ ਸਤੋਰੀ ਵਿੱਚ। ਜੀਵਨ ਤਾਂ ਸਰੀਰ ਵਾਲਾ ਹੈ, ਪਰ ਇੱਥੋਂ ਕਮਾਈਆਂ ਉਹ ਹੋ ਸਕਦੀਆਂ ਹਨ
ਜਿਹੜੀ ਇਸ ਸਰੀਰ ਤੋਂ ਸਾਨੂੰ ਆਜ਼ਾਦ ਕਰ ਦੇਣ। ਦੁੱਖ ਸੁੱਖ ਦਾ ਇਹ ਜੀਵਨ ਹੈ। ਅੱਜ ਇੱਕ ਵਿਚਾਰ ਉੱਠੀ ਸੀ ਮਨ ਵਿੱਚ, ਇਲੂਜ਼ਨ ਕੀ ਹੈ, ਭਰਮ ਕੀ ਹੈ, ਮਾਇਆ ਕੀ ਹੈ। ਇਹਦਾ ਸੋਰਸ ਮੈਨੂੰ ਦਿਖਿਆ ਮੇਰੇ ਅੰਤਰ ਤੋਂ ਹੀ ਹੈ। ਅਸੀਂ ਸਾਰੇ ਸੁੱਖ ਨੂੰ ਭਾਲਦੇ ਹਾਂ ਔਰ ਉਸ ਸੁੱਖ ਦੇ ਕਾਰਨ ਦੁਨੀਆ ਵਿੱਚ ਵਿਚਰਦੇ ਹਾਂ। ਉਸ ਦੁਨੀਆ ਵਿੱਚ ਵਿਚਰ ਕੇ ਉਸ ਸੁੱਖ ਵਾਸਤੇ ਯਤਨ ਕਰਦੇ ਹਾਂ ਔਰ ਜਦੋਂ ਸੁੱਖ ਨੂੰ ਲੱਭਣ ਜਾਂਦੇ ਹਾਂ ਤਾਂ ਉਹਦਾ ਦੋਸਤ, ਮਿੱਤਰ, ਪਾਰਟਨਰ ਦੁੱਖ ਉਹਦੇ ਨਾਲ ਆ ਜਾਂਦਾ ਹੈ ਜੀਵਨ ਵਿੱਚ। ਸੁੱਖ ਮੰਗੋ, ਦੁੱਖ ਆਗੇ ਆਵੇ, ਸੋ ਸੁੱਖ ਹਮੇ ਨਾ ਮੰਗਿਆ ਪਾਵੇ। ਸੁੱਖ ਦੁੱਖ ਦੋਨੋਂ ਨਾਲ ਚੱਲਦੇ ਹਨ। ਤਾਂ ਇਹਦਾ ਭਰਮ ਕੀ ਹੈ? ਮੈਂ ਸੁੱਖ ਨੂੰ ਲੱਭਣ ਨਿਕਲਿਆ ਹਾਂ ਉੱਥੇ ਜਿੱਥੇ ਉਹ ਹੈ ਨਹੀਂ। ਇਹ ਮੇਰਾ ਭਰਮ ਦਾ ਸੋਰਸ ਹੈ, ਇਹ ਮੇਰੀ ਇਲੂਜ਼ਨ ਦਾ ਸੋਰਸ ਹੈ। ਇਸ ਪਦੇ ਵਿੱਚ ਹਜ਼ੂਰ ਦੀ ਦ੍ਰਿਸ਼ਟੀ ਨੇ, ਮੈਂ ਕਹਾਂਗਾ, ਔਰ ਉਹਨਾਂ ਦੇ ਇਸ ਸ਼ਬਦ ਨੇ ਮਨ ਦੇ ਕਾਫੀ ਕਿਪਾੜ ਖੋਲ੍ਹੇ ਹਨ ਕਿ ਜਿਹੜੇ ਸੁੱਖ ਨੂੰ ਮੈਂ ਲੱਭਦਾ ਹਾਂ ਉਹ ਉੱਥੇ ਹੈ ਨਹੀਂ ਜਿੱਥੇ ਮੈਂ ਲੱਭ ਰਿਹਾ ਹਾਂ। ਬਾਣੀ ਵਿੱਚ ਸਾਹਿਬ ਨੇ ਕਿਹਾ ਹੈ, ਜੋ ਸੁੱਖ ਕੋ ਚਾਹੇ ਸਦਾ। ਇਹੀ ਚਾਹੁੰਦੇ ਹਾਂ ਅਸੀਂ, ਹੈਪੀਨੈਸ ਫੋਰਐਵਰ। ਇਹੀ ਤਾਂ ਅਸੀਂ ਸਭ ਲੱਭਦੇ ਹਾਂ। ਤਾਂ ਮਹਾਰਾਜ ਕਹਿੰਦੇ ਨੇ, ਸਰਨ ਰਾਮ ਕੀ ਲੈ, ਉੱਥੇ ਨਹੀਂ ਹੈ ਜਿੱਥੇ ਤੂੰ ਲੱਭਦਾ ਹੈ। ਇਹ ਤਾਂ ਰਾਮ ਦੀ ਸਰਨ ਵਿੱਚ ਹੈ, ਨਾਮ ਦੀ ਹਜ਼ੂਰੀ ਵਿੱਚ ਹੈ। ਵਿਸਮਾਦ ਵਰਗੇ ਸ਼ਬਦ ਦਾ ਬਿਆਨ ਕੌਣ ਕਰ ਸਕਦਾ ਹੈ? ਮੈਂ ਤਾਂ ਸ਼ਾਇਦ ਕਦੇ ਵੀ ਨਾ ਕਰ ਪਾਵਾਂ। ਇਸ ਸ਼ਬਦ ਨੂੰ ਕਿਵੇਂ ਸਮਝਾਇਆ ਜਾਏ? ਪਰ ਇਹ ਇੱਕ ਐਕਸਪੀਰੀਐਂਸ਼ੀਅਲ ਕਾਲ ਹੈ ਮਹਾਰਾਜ ਮੇਰੇ ਜੀਵਨ ਵਾਸਤੇ, ਆਪ ਦੇ ਜੀਵਨ ਵਾਸਤੇ, ਕਿ ਅਸੀਂ ਇਸ ਵਿਸਮਾਦ ਨੂੰ ਜੀਂਦੇ ਜੀ ਜਾਣ ਲਈਏ। ਇਸ ਭਰਮ ਤੋਂ, ਇਸ ਇਲੂਜ਼ਨ ਤੋਂ, ਇਸ ਮਾਇਆ ਤੋਂ ਟੁੱਟ ਜਾਈਏ। ਔਰ ਦਰਅਸਲ ਇੱਕ ਵਾਰ ਟੁੱਟਣਾ ਹੀ ਬਥੇਰਾ ਹੁੰਦਾ ਹੈ। ਸੱਤ ਨੂੰ ਇੱਕ ਵਾਰ ਜਾਣ ਲੈਂਦੇ ਹਾਂ ਤਾਂ ਝੂਠ ਗਿਰ ਜਾਂਦਾ ਹੈ। ਫਿਰ ਬਾਰ-ਬਾਰ ਉਹਨੂੰ ਯਾਦ ਨਹੀਂ ਕਰਨਾ ਪੈਂਦਾ। ਜੀਵਨ ਬਦਲ ਜਾਂਦਾ ਹੈ। ਕਈ ਵਾਰ ਰਿਅਲਾਈਜ਼ੇਸ਼ਨ ਵੀ ਨਹੀਂ ਹੁੰਦੀ ਕਿ ਸਾਡੇ ਕੋਲ ਹੈ ਕੀ। ਮਹਾਰਾਜ ਨੇ ਹੀ ਸਾਨੂੰ ਐਸੇ ਪਦੇ ਵਿੱਚ ਕਿਹਾ ਹੈ, ਦੁਰਲਭ ਮਾਨੁਖ ਦੇ। ਇਹ ਦੇਹ ਮਿਲੀ ਹੈ, ਸਾਨੂੰ ਮਿਲੀ ਹੈ ਸਭ ਨੂੰ। ਇਹ ਦੁਰਲਭ ਹੈ, ਕਾਮਨ ਨਹੀਂ ਹੈ, ਰੇਅਰ ਹੈ, ਓਪਰਚੁਨਿਟੀ ਹੈ। ਜੀਵਨ ਨੂੰ ਬਦਲਣ ਦੀ ਇੱਕ ਓਪਰਚੁਨਿਟੀ ਹੈ, ਜੀਵਨ ਨੂੰ ਜਾਣ ਲੈਣ ਦੀ ਇੱਕ ਓਪਰਚੁਨਿਟੀ ਹੈ, ਔਰ ਜਾਣ ਕੇ ਜੀਵਨ ਦੀ ਕੁਆਲਿਟੇਟਿਵ ਚੇਂਜ ਵਿੱਚ ਹਾਜ਼ਰ ਹੋਣ ਦੀ ਇੱਕ ਓਪਰਚੁਨਿਟੀ ਹੈ। ਮਹਾਰਾਜ ਦੀ ਦ੍ਰਿਸ਼ਟੀ ਵਿੱਚ ਇਹ ਸਾਰਾ ਬ੍ਰਹਮੰਡ ਵਿਸਮਾਦ ਦਿਖਦਾ ਹੈ। ਬੀਬਾ ਪੁੱਛਦੇ ਸਨ ਕਿ ਇਹ ਖੰਡਾ ਬ੍ਰਹਮੰਡਾਂ ਵਿੱਚ ਸੱਚ ਕਿਵੇਂ ਦਿਖਦਾ ਹੈ? ਹਜ਼ੂਰ ਦੀ ਦ੍ਰਿਸ਼ਟੀ ਵਿੱਚ ਸਭ ਕੁਝ ਸੱਤ ਦੇ ਦਰਸ਼ਨ ਹੀ ਹਨ। ਅਸੀਂ ਉਸ ਵਸਤੂ ਨੂੰ ਦੇਖ ਰਹੇ ਹਾਂ, ਮਹਾਰਾਜ ਬਣਾਉਣ ਵਾਲਾ ਦੇਖ ਰਹੇ ਹਨ, ਕਿਉਂਕਿ ਅਸੀਂ ਵਸਤੂ ਨਾਲ ਜੁੜੇ ਹਾਂ ਔਰ ਹਜ਼ੂਰ ਉਸ ਦੇ ਬਣਾਉਣ ਵਾਲੇ ਨਾਲ ਜੁੜੇ ਹਨ।
ਇਹ ਕੁਆਲਿਟੇਟਿਵ ਡਿਫਰੈਂਸ ਹੈ ਲਾਈਫ ਦਾ। ਅਸੀਂ ਆਪਣੀ ਉਲਝਣਾਂ ਵਿੱਚ ਆਪਣੀ ਪ੍ਰੋਬਲਮਸ ਨੂੰ ਆਪਣੀ ਕ੍ਰੀਏਸ਼ਨ, ਸਿਚੁਏਸ਼ਨਲ ਕ੍ਰੀਏਸ਼ਨ ਨੂੰ ਜਾਣਦੇ ਹਾਂ ਕਿ ਇਹਨਾਂ ਕਾਰਨਾਂ ਕਰਕੇ ਇਹ ਹਾਲਾਤ ਨੇ, ਪਰ ਅਸੀਂ ਹੁਕਮ ਨੂੰ ਨਹੀਂ ਜਾਣਦੇ ਹਾਂ। ਹਜ਼ੂਰ ਹੁਕਮ ਦੇ ਵਿੱਚ ਦਰਸ਼ਨ ਕਰ ਰਹੇ ਹਨ ਦੁਨੀਆ ਦੇ। ਸੋ ਮਹਾਰਾਜ ਨਾਲ ਸਾਡੀ ਸੁਰਤ ਦਾ ਮਿਲਣਾ ਬਹੁਤ ਮੁਸ਼ਕਿਲ ਹੈ। ਬਹੁਤ ਡੂੰਘੇ ਰਸਤੇ ਹਨ ਔਰ ਉਹ ਸਾਰੇ ਸੋਚਦੇ ਹਨ। ਮੇਰੀ ਸੋਚ ਮੇਰਾ ਵਿਘਨ ਬਣਦੀ ਹੈ, ਮੇਰਾ ਮਨ ਮੇਰਾ ਵਿਘਨ ਬਣਦੀ ਹੈ, ਔਰ ਮੇਰੇ ਜੀਵਨ ਵਿੱਚ ਮੇਰਾ ਮਨ ਹੀ ਮੇਰਾ ਭਾਰ ਹੈ। ਇੱਕ ਪੱਖੋਂ ਦੇਖਿਆ ਜਾਏ ਤਾਂ ਸਿੰਪਲ ਲਾਈਫ ਹੈ ਬੜੀ, ਔਰ ਦੂਸਰੇ ਪੱਖੋਂ ਮੇਰੇ ਮਨ ਨੇ ਮੈਨੂੰ ਉਲਝਾਇਆ ਹੋਇਆ ਹੈ ਅਨੇਕਾਂ ਹੀ ਉਲਝਣਾਂ ਵਿੱਚ। ਬਾਂਹ ਫੜਨੀ ਹੈ ਗੁਰੂ ਦੀ, ਸੋਚ ਮੈਨੂੰ ਰੋਕਦੀ ਹੈ। ਟਰਸਟ ਨਹੀਂ ਕਰ ਪਾਉਂਦਾ ਮੈਂ। ਆਪਣੇ ਹੰਕਾਰ ਨੂੰ ਛੱਡਣਾ ਬੜਾ ਮੁਸ਼ਕਿਲ ਹੈ। ਉਹੀ ਤਾਂ ਮੈਂ ਜਾਣਦਾ ਹਾਂ, ਹੋਰ ਮੈਂ ਕੁਝ ਜਾਣਦਾ ਹੀ ਨਹੀਂ ਹਾਂ। ਹੋਰ ਕਿਹੜਾ ਜੀਵਨ ਹੈ ਮੇਰੇ ਕੋਲ? ਗਗਨਦੀਪ ਵੀਰ ਠੀਕ ਪੁੱਛਦੇ ਹਨ, ਕਿਵੇਂ ਛੱਡਦੇ ਆ? ਹੋਰ ਹੈ ਕੀ ਮੇਰੇ ਕੋਲ? ਬਿਲਕੁਲ ਠੀਕ ਹੈ। ਪਰ ਥੋੜ੍ਹਾ ਜਿਹਾ ਅਗਲੀ ਵਾਰ ਜਦੋਂ ਦੁੱਖ ਆਏ ਜੀਵਨ ਵਿੱਚ ਤਾਂ ਵਿਚਾਰਨਾ, ਉਹਨੂੰ ਅਵੋਇਡ ਨਾ ਕਰਨਾ। ਪੂਰੀ ਤਰ੍ਹਾਂ ਦੁੱਖ ਨੂੰ ਮਨ ਵਿੱਚ ਆਉਣ ਦੇਣਾ। ਆਂਸੂ ਵਹਿੰਦੇ ਹੋਣ, ਆਉਣ ਦੇਣਾ। ਜਾਣ ਲੈਣਾ ਦੁਨੀਆ ਦੀ ਰਿਐਲਿਟੀ ਕੀ ਹੈ। ਜਿਸ ਸੁੱਖ ਨੂੰ ਅਸੀਂ ਲੱਭਦੇ ਹਾਂ ਉਹ ਦੁੱਖ ਦਾ ਪ੍ਰਤੀਬਿੰਬ ਹੈ। ਉਸ ਦੀ ਕਲਮੀਨੇਸ਼ਨ, ਉਸ ਦਾ ਸਿਨੋਪਸਿਸ, ਉਸ ਦਾ ਨਿਚੋੜ ਦੁੱਖ ਹੀ ਬਣੇਗਾ। ਫਿਰ ਜੀਵਨ ਨੂੰ ਦੁਬਾਰਾ ਦੇਖਣਾ ਮੇਰੇ ਵਾਸਤੇ ਵੀ ਹੈ ਇੱਕ ਲਰਨਿੰਗ ਐਕਸਪੀਰੀਅੰਸ ਹੈ। ਜੀਵਨ ਹੈ ਕੀ? ਜੀਵਨ ਦੀ ਇਹ ਅਵਸਥਾ ਰੀਅਲ ਹੈ ਕਿ ਨਾਮ ਦੀ ਅਵਸਥਾ ਰੀਅਲ ਹੈ? ਮਹਾਰਾਜ ਤਾਂ ਕਹਿੰਦੇ ਨੇ ਦੋਨੋਂ ਜਗ੍ਹਾ ਵਿੱਚ ਉਹ ਵਸਦਾ ਹੈ। ਦੇਖੋ ਇਸ ਪਦੇ ਵਿੱਚ ਮਹਾਰਾਜ ਦੋਨੋਂ ਤਰਫ ਵਿਸਮਾਦ ਦੇ ਹੀ ਦਰਸ਼ਨ ਕਰ ਰਹੇ ਹਨ। ਕੋਈ ਭੇਦ ਨਹੀਂ ਹੈ। ਜਿਸ ਨੂੰ ਅਸੀਂ ਪਾਣੀ ਜਾਣਦੇ ਹਾਂ, ਮਹਾਰਾਜ ਉਸ ਨੂੰ ਵਿਸਮਾਦ ਜਾਣ ਰਹੇ ਹਨ। ਜਿਸ ਨੂੰ ਪਾਉਣ ਜਾਣਦੇ ਹਾਂ, ਮਹਾਰਾਜ ਉਸ ਨੂੰ ਵਿਸਮਾਦ ਜਾਣ ਰਹੇ ਹਨ। ਇੰਨਾ ਜ਼ਿਆਦਾ ਭੇਦ ਹੈ ਮੇਰਾ ਔਰ ਗੁਰੂ ਦੀ ਦ੍ਰਿਸ਼ਟੀ ਦਾ। ਸਮਝ ਲਈਏ ਇਸ ਅਵਸਥਾ ਨੂੰ ਅਸੀਂ ਜਾਣ ਲਈਏ, ਇਸ ਜੀਂਦੇ ਜੀ ਮਹਾਰਾਜ ਦੀ ਅਪਾਰ ਕਿਰਪਾ ਹੋ ਸਕਦੀ ਹੈ। ਗੁਰੂ ਨੂੰ, ਸਿੱਖ ਨੂੰ ਗੁਰੂ ਨੂੰ ਪ੍ਰੇਰਨਾ ਹੈ ਇਸ ਅਵਸਥਾ ਵੱਲ। ਇਸੇ ਕਰਕੇ ਸਾਹਿਬ ਇਸ ਬਾਣੀ ਨੂੰ ਪ੍ਰਗਟ ਕਰਦੇ ਹਨ। ਵਿਸਮਾਦ ਦੀ ਅਵਸਥਾ, ਸਤੋਰੀ। ਮੌਲਾਨਾ ਜਲਾਲੁਦੀਨ ਰੂਮੀ 13ਵੀਂ ਸਦੀ ਦਾ ਮਿਸਟਿਕ ਹੈ। ਬਹੁਤ ਕਮਾਲ ਦੀ ਐਲੀਗਰੀਜ਼ ਹਨ ਉਹਦੀਆਂ। ਮਸਨਵੀ ਕੁਝ ਸਮਾਂ ਈਰਾਨ ਕਲਚਰ ਸੈਂਟਰ ਵਿੱਚ ਉਹਦੀ ਮਸਨਵੀ 'ਤੇ ਵਿਚਾਰ ਹੋਈ। ਬੜੀ ਫਲਾਈਟ ਹੈ। ਦਰਅਸਲ ਸਮੇਂ ਦੇ ਅਨੁਸਾਰ ਸੱਤ ਦੀ ਗੱਲ ਜਦੋਂ ਹੋਏਗੀ ਤਾਂ ਉਸ ਸਮੇਂ ਦੇ ਜੋ ਚਾਲ ਚਲਨ, ਬੋਲਾਵਾ, ਪਹਿਨਾਵਾ, ਰਹਿਣੀ ਬਹਿਣੀ, ਉਸ ਦਾ ਉੱਤੇ ਕੁਝ ਅਕਸ ਪਏਗਾ। ਮੌਲਾਨਾ ਰੂਮੀ ਦੀ ਇੱਕ ਗੱਲ ਬੜੀ ਪ੍ਰਚਲਿਤ ਹੈ
ਅੱਜ ਵੀ ਤੁਰਕੀ ਵਿੱਚ ਉਹ ਡਾਂਸ ਹੁੰਦਾ ਹੈ, ਉੱਥੇ ਦਰਵੇਸ਼ ਡਾਂਸ ਕਹਿੰਦੇ ਹਨ। ਹੁਣ ਤੱਕ ਕੀ ਦਰਵੇਸ਼ ਡਾਂਸ, ਉਹਨੂੰ ਕਾਪੀ ਹੀ ਕਰ ਰਹੇ ਹਨ ਨਾ। ਉਹਦੀ ਵਰਗੀ ਸਤੋਰੀ ਤਾਂ ਨਹੀਂ ਹੈ। ਕਥਾ ਇਹ ਹੈ ਕਿ ਮੌਲਾਨਾ ਬਾਜ਼ਾਰ ਚੋਂ ਨਿਕਲ ਰਿਹਾ ਹੈ ਔਰ ਇੱਕ ਲੋਹਾਰ ਜ਼ੋਰ ਦੀ ਇੱਕ ਲੈਅ ਨਾਲ ਆਪਣਾ ਹਥੌੜਾ ਬਚਾ ਰਿਹਾ ਹੈ। ਮੌਲਾਨਾ ਉਸ ਲੈਅ ਵਿੱਚ ਮਸਤ ਹੋ ਗਿਆ। ਦੁਨੀਆ ਨੂੰ ਬਾਜ਼ਾਰ ਦਿਖਦਾ ਹੈ, ਉਸ ਨੂੰ ਨਿਰੰਕਾਰ ਮਿਲ ਗਿਆ। ਮੌਲਾਨਾ ਰੂਮੀ ਨੱਚਣ ਲੱਗ ਪਿਆ। ਉਸ ਨੂੰ ਦਰਵੇਸ਼ ਡਾਂਸ ਕਿਹਾ ਜਾਂਦਾ ਹੈ। ਇੱਕ ਵਿਸਮਾਦ ਦੀ ਅਵਸਥਾ ਵਿੱਚ ਨਿਰੰਕਾਰ ਦੇ ਦਰਸ਼ਨ ਹੋ ਜਾਣ, ਸਾਧੂ ਦਾ ਨਿਰੰਕਾਰ ਨਾਲ ਮਿਲਨ ਹੋ ਜਾਏ, ਦੁਨੀਆ ਦੀ ਜੜ੍ਹਾਂ ਹਿਲ ਜਾਂਦੀਆਂ ਹਨ। ਸਾਰੀ ਸ੍ਰਿਸ਼ਟੀ ਔਰ ਕਾਇਨਾਤ ਐਸੇ ਮਿਲਣ ਲਈ ਉਡੀਕ ਰਹੀ ਹੈ। ਜਸਟੀਫਾਈ ਹੋ ਜਾਂਦਾ ਹੈ ਕ੍ਰੀਏਸ਼ਨ। ਗੁਰੂ ਨਾਨਕ ਸਾਹਿਬ ਇਸ ਦ੍ਰਿਸ਼ਟੀ ਦੇ ਮਾਲਕ ਹਨ, ਜਿੱਥੇ ਸਾਰਾ ਜੀਵਨ ਹੀ ਵਿਸਮਾਦ ਹੈ। ਅਸੀਂ ਉਹਨਾਂ ਦਾ ਪਹਿਰਾਵਾ, ਸਰੀਰ, ਰਹਿਣੀ ਬਹਿਣੀ ਇਹ ਦੇਖਦੇ ਹਾਂ ਇੱਕ ਪੱਖ ਤੋਂ, ਜਿਸ ਨੂੰ ਅਸੀਂ ਜਾਣਦੇ ਹਾਂ, ਪਰ ਦੂਸਰੇ ਪੱਖ ਨੂੰ ਅਸੀਂ ਨਹੀਂ ਜਾਣ ਪਾਵਾਂਗੇ। ਉਹ ਅੰਤਰ ਦੀ ਖੇਡ ਹੈ। ਉੱਥੇ ਸਭ ਅੰਦਰ ਵਿਸਮਾਦ ਚੱਲਦਾ ਹੈ। ਬੀਬਾ ਦੇ ਜਿਹੜੇ ਪ੍ਰਸ਼ਨ ਉੱਠੇ ਸਨ ਬੜੇ ਲਾਜ਼ਮੀ ਹਨ। ਮੈਂ ਵਸਤੂ ਦੇਖਦਾ ਹਾਂ, ਗੁਰੂ ਵਿਸਮਾਦ ਦੇਖਦਾ ਹੈ। ਮੈਂ ਪਦਾਰਥ ਦੇਖਦਾ ਹਾਂ, ਗੁਰੂ ਵਿਸਮਾਦ ਦੇਖਦਾ ਹੈ। ਦੇਖਣੀ ਵਿੱਚ ਭੇਦ ਮਾਨਸਿਕ ਅਵਸਥਾ ਦਾ ਹੈ। ਮੇਰੀ ਮਨ ਦੀ ਉਹ ਅਵਸਥਾ ਨਹੀਂ ਹੈ ਜਿਹਦੇ ਨਾਲ ਮੇਰੀ ਦ੍ਰਿਸ਼ਟੀ ਬਦਲ ਜਾਏ। ਹਾਂ, ਉਸ ਨੂੰ ਬਦਲ ਦੇਣਾ ਇਸ ਜੀਵਨ ਦਾ ਬੁਨਿਆਦੀ ਫੋਕਸ ਹੈ। ਫੰਡਾਮੈਂਟਲ ਐਨਰਜੀ should be flowing towards this direction, because this is everlasting. Jivan is not forever. ਮਹਾਰਾਜ ਇਸ ਪੌੜੀ ਵਿੱਚ ਇਹੀ ਸਾਨੂੰ ਅੱਗੇ ਸਮਝਾਉਣਗੇ। ਪਰ ਉਹ ਜਿਹੜੀ ਦ੍ਰਿਸ਼ਟੀ ਹੈ, ਅਗਰ ਕਦੇ ਖੁੱਲ੍ਹ ਜਾਏ ਤਾਂ ਉਹ ਸਦਾ ਲਈ ਹੈ। जो सुख को चाहे सदा शरण राम की ले। कि मेरा जीवन का फोकस यह हो सकता है, या फिर मैं रोज़ की उलझना विच उलझ के जीवन गवा बैठांगा। यह मेरा पर्सनल निजी प्रश्न है और इसनूं सारिਆਂ ने ਆਪਣੇ ਤਰੀਕੇ ਨਾਲ ਹੀ ਇਹਦਾ ਜਵਾਬ ਆਪਣੇ ਆਪ ਨਾਲ ਲੈਣਾ ਹੈ। ਧੋਖਾ ਤਾਂ ਮੈਂ ਆਪਣੇ ਆਪ ਨਾਲ ਹੀ ਕਰਾਂਗਾ। ਤਾਂ ਕਾਹਦਾ ਧੋਖਾ ਹੈ? ਜੋ ਹੈ ਸੋ ਹੈ। ਪਰ ਕੀ ਇਸ ਪ੍ਰਸ਼ਨ ਨੂੰ ਟਟੋਲਦੇ ਹੋਏ ਮੈਂ ਆਪਣੇ ਆਪ ਨੂੰ ਬਦਲ ਸਕਦਾ ਹਾਂ? ਆਪਣੀ ਜੀਵਨ ਦੀ ਚਾਲ ਬਦਲ ਸਕਦਾ? ਦੇਖਣ ਦਾ ਨਜ਼ਰੀਆ ਬਦਲ ਸਕਦਾ? ਜੀਵਨ ਨਾਲ ਉਲਝਣ ਦਾ ਤਰੀਕਾ ਬਦਲ ਸਕਦਾ? ਵਿਸਮਾਦ ਦੀ ਗੱਲ ਹਜ਼ੂਰ ਨੇ ਕਰ ਦਿੱਤੀ। ਅੱਜ ਜੜੋਂ ਹਿਲਾ ਦਿੱਤਾ। ਜਿੱਥੇ ਮੈਂ ਵਿਸਮਾਦ ਨਹੀਂ ਦੇਖ ਰਿਹਾ, ਸਭ ਜਗ੍ਹਾ ਗੁਰੂ ਇੱਕ ਹਜ਼ੂਰੀ ਵਿੱਚ ਜੀ ਰਹੇ ਹਨ। ਮੇਰੇ ਔਰ ਉਹਨਾਂ ਦੇ ਜੀਵਨ ਦੇ ਵਿੱਚ ਬਹੁਤ ਦੂਰੀ ਹੈ। ਪ੍ਰੇਰ ਰਹੇ ਹਨ, ਜਿਵੇਂ ਆਵਾਜ਼ ਮਾਰਦੇ ਹੋਣ,
ਬਾਂਗ ਮਾਰਦੇ ਹੋਣ। ਇਹ ਹੈ ਸਤ ਜੀਵਨ ਦਾ ਉਹ ਨਹੀਂ ਜੋ ਅਸੀਂ ਦੇਖਦੇ ਹਾਂ। ਮੈਨੂੰ ਲੱਗਦਾ ਹੈ ਬੀਬਾ ਦੇ ਪ੍ਰਸ਼ਨ ਦਾ ਇਹ ਬਹੁਤ ਪੂਰਾ ਜਵਾਬ ਹੈ। ਪ੍ਰਸ਼ਨ ਤਾਂ ਸ਼ਾਇਦ ਕਦੇ ਵੀ ਨਹੀਂ ਜਾਣਗੇ, ਪਰ ਕਿਧਰੇ ਇੱਕ ਜਵਾਬ ਦਾ ਲੜ ਪਕੜ ਕੇ ਅਸੀਂ ਪ੍ਰਸ਼ਨਾਂ ਤੋਂ ਪਾਰ ਚਲੇ ਜਾਈਏ। ਇਹੀ ਇਹਨਾਂ ਵਾਰਤਾਲਾਪਾਂ ਦਾ ਮਕਸਦ ਹੈ। ਇਸ ਬਾਣੀ ਦੇ ਵਿਚਾਰ ਦਾ ਮਕਸਦ ਹੀ ਇਹ ਹੈ ਕਿ ਕੀ ਮੈਂ ਆਪਣੇ ਮਨ ਤੋਂ ਪਰੇ ਗੁਰੂ ਨੂੰ ਮਿਲਣ ਵੱਲ ਤੁਰ ਸਕਦਾ ਹਾਂ ਕਿ ਨਹੀਂ। ਇਹ ਪਤਾ ਇਸ ਨਵੀਂ ਗੱਲ ਨੂੰ ਹੁਣ ਚਲਾ ਰਿਹਾ ਹੈ, ਜਿਸ ਦਾ ਮੈਨੂੰ ਗਿਆਨ ਸ਼ਾਇਦ ਨਹੀਂ ਹੈ ਕਿ ਜੀਵਨ ਹੈ ਕੀ। ਦੇਖੀਏ ਸਾਹਿਬ ਕੀ ਕਹਿ ਰਹੇ ਹਨ। ਹੁਣ ਮੈਂ ਇਸ ਪਦੇ ਨੂੰ ਦੋ ਤਰ੍ਹਾਂ ਦੇਖਣਾ ਚਾਹੁੰਦਾ ਹਾਂ, ਜਿਵੇਂ ਦੋਏ ਮੁਖੀ ਸ਼ੀਸ਼ਾ ਹੋਏ। ਸਭ ਕੁਝ ਵਿਸਮਾਦ ਤੋਂ ਆ ਰਿਹਾ ਹੈ। ਵਿਸਮਾਦ ਸੋਰਸ ਹੈ ਸਾਰੇ ਜੀਵਨ ਦਾ। ਔਰ ਜਦੋਂ ਮੈਂ ਉਹਨਾਂ ਵਸਤੂਆਂ ਦੇ ਵਿੱਚ ਟਟੋਲਦਾ ਉਸ ਅਵਸਥਾ ਵਿੱਚ ਪਹੁੰਚ ਜਾਵਾਂ ਜਿੱਥੇ ਮੇਰਾ ਮਨ ਨਾ ਰਹੇ, ਤਾਂ ਮੈਂ ਉਸ ਵਿਸਮਾਦ ਨੂੰ ਤੇ ਦਰਸ਼ਨਾਂ ਵਿੱਚ ਉਤਰ ਜਾਵਾਂਗਾ। ਸਮਝੀਏ ਇਸ ਨੂੰ। ਜਿਵੇਂ ਪਾਣੀ ਹੈ, ਪਾਣੀ ਦੀ ਕੋਈ ਰਿਸਰਚ ਕਰਦਾ ਹੋਏ ਔਰ ਉਸ ਪਾਣੀ ਦੇ ਵਿੱਚ ਉਹਦੀ ਡੂੰਘਾਈ ਵਿੱਚ ਉਤਰ ਜਾਏ ਔਰ ਫਿਰ ਇਹਦੀ ਵਾਸਟਨੈਸ ਵਿੱਚ, ਇਹਦੀ ਬਿਊਟੀ ਦੇ ਵਿੱਚ, ਇਸ ਪਾਣੀ ਦੀ ਕੰਪਲੈਕਸਿਟੀ ਔਰ ਸਿੰਪਲਿਸਿਟੀ ਦੇ ਵਿੱਚ ਆਪਣੇ ਮਨ ਨੂੰ ਗਵਾ ਦੇ, ਤਾਂ ਉਹ ਜਨ ਵਿਸਮਾਦ ਨੂੰ ਜਾਣ ਲਏਗਾ। ਰਾਤ ਦੇ ਹਨੇਰੇ ਵਿੱਚ ਕਿਤਾਬਾਂ ਵਿੱਚ ਫਰੋਲਦਾ ਹੋਇਆ ਪਾਣੀ ਬਾਰੇ ਇੱਕ ਵਾਰੀ ਤਾਂ ਕਹਿ ਉੱਠੇਗਾ, ਵਿਸਮਾਦ ਕਮਾਲ ਹੀ ਹੈ, ਵਾਹ। ਇਹ ਵਿਸਮਾਦ ਦੇ ਦਰਸ਼ਨ ਜੇ ਇਸ ਤਰ੍ਹਾਂ ਦੇਖੀਏ ਤੇ ਹਰ ਜਗ੍ਹਾ ਵਿੱਚ ਮੌਜੂਦ ਹਨ। ਔਰ ਮੈਂ ਇਸ ਵਿਸਮਾਦ ਦੇ ਦਰਸ਼ਨਾਂ ਦੇ ਕਾਰਨ ਹੀ, ਜਿਵੇਂ ਗਗਨਦੀਪ ਕਹਿ ਰਹੇ ਸਨ, ਮੈਨੂੰ ਤਾਂ ਜੀ ਨਹੀਂ ਕਰਦਾ ਹੈ, ਇਹ ਵਿਸਮਾਦ ਦੇ ਹੀ ਦਰਸ਼ਨਾਂ ਕਰਕੇ ਨਹੀਂ ਜੀ ਕਰਦਾ ਹੈ। ਸਾਨੂੰ ਕਿਤੇ ਕਿਤੇ ਇਸ ਵਿਸਮਾਦ ਦੇ ਦਰਸ਼ਨ ਝਲਕੀਆਂ ਮਿਲ ਜਾਂਦੀਆਂ ਹਨ। ਪੂਰੀ ਤਰ੍ਹਾਂ ਤਾਂ ਵਿਸਮਾਦ ਨੂੰ ਨਹੀਂ ਜਾਣ ਪਾਉਂਦੇ, ਕਿਉਂਕਿ ਪੂਰੇ ਭਾਗ ਨਹੀਂ ਹਨ। ਮਨ ਇਕਮਤ ਨਹੀਂ ਹੈ, ਡਿਵਾਈਡਡ ਹੈ। ਇਸ ਕਰਕੇ ਅਸੀਂ ਇਸ ਵਿਸਮਾਦ ਨੂੰ ਪੂਰੀ ਤਰ੍ਹਾਂ ਨਾ ਜਾਣ ਪਾਈਏ, ਪਰ ਅਸੀਂ ਇਹ ਜ਼ਰੂਰ ਜਾਣ ਪਾਵਾਂਗੇ ਕਿ ਆਨੰਦ ਆਇਆ ਕਿਸੇ ਅਵਸਥਾ ਦੇ ਵਿੱਚ। ਉਸ ਵਿਸਮਾਦ ਸੋਰਸ ਦੀ ਹੀ ਕਾਰਨ ਕਰਕੇ ਸਾਡਾ ਜੀ ਲੱਗ ਜਾਂਦਾ ਹੈ। ਉਹ ਅੰਤਰ ਵਸਿਆ ਵਿਸਮਾਦ ਛਿੜ ਜਾਂਦਾ ਹੈ। ਤਾਂ ਇਹ ਦੋ ਮੁਖੀ, ਜਿਵੇਂ ਪਾਣੀ ਦੇ ਵਿੱਚ ਦਾ ਸੋਰਸ ਵਿਸਮਾਦ ਹੈ ਔਰ ਪਾਣੀ ਨੂੰ ਪੂਰੀ ਤਰ੍ਹਾਂ ਜਾਣ ਲੈਣਾ ਵਿਸਮਾਦ ਨੂੰ ਜਾਣ ਲੈਣਾ ਹੈ। ਐਸੇ ਕਰਕੇ ਅਸੀਂ ਦੇਖਦੇ ਹਾਂ ਅਨੇਕਾਂ ਹੀ ਲੋਕ ਅਨੇਕਾਂ ਹੀ ਸਾਲ ਇੱਕ ਸਬਜੈਕਟ ਦੇ ਉੱਤੇ ਪੂਰਾ ਜੀਵਨ ਬਿਤਾ ਦਿੰਦੇ ਹਨ। ਉਹਨਾਂ ਨੂੰ ਰਸ ਆ ਰਿਹਾ ਹੈ, ਉਹਨਾਂ ਨੂੰ ਇੱਕ ਦਰਸ਼ਨ ਦਿਖ ਰਹੇ ਹਨ, ਉਹਨਾਂ ਦੇ ਮਨ ਵਿੱਚ ਇੱਕ ਧੁਨ ਚੱਲ ਪਈ ਹੈ ਜਿਸ ਦਾ ਸਾਨੂੰ ਗਿਆਨ ਨਹੀਂ ਹੈ, ਪਰ ਉਹਨਾਂ ਨੂੰ ਉਸ ਵਿਸਮਾਦ ਦੀ ਝਲਕ ਦਿਖ ਰਹੀ ਹੈ। ਮਨ ਗਿਰ ਗਿਆ ਉਹਨਾਂ ਦਾ ਕਿਧਰੇ। ਵਿਸਮਾਦ ਨਾਦ, ਵਿਸਮਾਦ ਵੇਦ। ਸਿੱਧਗੋਸ਼ ਦੀ ਇੱਕ ਪੰਕਤੀ ਵਿੱਚ ਜਦੋਂ ਯੋਗੀ ਸਿੱਧਾ ਨੇ ਸਾਹਿਬ ਨੂੰ ਪੁੱਛਿਆ ਹੈ ਕਿ ਗੁਰੂ ਕੌਣ ਹੈ, ਆਪ ਦਾ ਗੁਰੂ ਕੌਣ ਹੈ, ਮਹਾਰਾਜ ਨੇ ਕਿਹਾ ਹੈ
ਸ਼ਬਦ ਗੁਰੂ ਸੁਰਤ ਧੁਨ ਚੇਲਾ। ਕਵਣ ਮੂਲ ਕਵਣ ਮਤ ਵੇਲਾ, ਕਵਣ ਗੁਰੂ ਕਿਸਕਾ ਤੂ ਚੇਲਾ। ਮਹਾਰਾਜ ਨੇ ਕਿਹਾ ਹੈ ਪਵਨ ਆਰੰਭ, ਪਵਨ ਸਵਾਸ ਜਿੱਥੋਂ ਅਸੀਂ ਬਣੇ ਹਾਂ, ਜਿਸ ਨੂੰ ਸਾਹਿਬ ਨੇ ਗੁਰੂ ਵੀ ਕਿਹਾ ਹੈ। ਪਵਨ ਆਰੰਭ ਸਤਿਗੁਰ ਮਤ ਵੇਲਾ, ਗੁਰੂ ਨੂੰ ਜਾਣਨ ਦਾ ਇਹ ਵੇਲਾ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਸੁਰਤ ਔਰ ਧੁਨ ਦੇ ਇੱਕ ਮਿਲਣ ਦੇ ਵਿੱਚ ਸਾਹਿਬ ਨੇ ਇੱਕ ਹਜ਼ੂਰੀ ਦੀ ਗੱਲ ਕੀਤੀ ਹੈ। ਮੈਨੂੰ ਲੱਗਦਾ ਹੈ ਇਸ ਨਾਦ ਦਾ ਕੋਈ ਰਿਲੇਸ਼ਨ ਬਣਦਾ ਹੈ ਉਹਦੇ ਨਾਲ। ਇੱਕ ਮਨ ਵਿੱਚ ਨਾਦ ਚੱਲਦਾ ਹੈ ਜਿਹਦੇ 'ਚ ਵਿਸਮਾਦ ਦੀ ਹਜ਼ੂਰੀ ਹੈ। ਮਨ ਇੱਕ ਧੁਨ ਵਿੱਚ ਟਹਿ ਜਾਂਦਾ ਹੈ ਜਿੱਥੇ ਵਿਚਾਰ ਛੱਡ ਦਿੰਦਾ ਹੈ ਔਰ ਫਿਰ ਵਿਚਾਰ ਤੋਂ ਪਰੇ ਇੱਕ ਦੂਸਰੇ ਦੇਸ਼ ਦੇ ਦਰਸ਼ਨ ਕਰ ਲੈਂਦਾ ਹੈ। ਮਹਾਰਾਜ ਕਹਿੰਦੇ ਨੇ ਇਹ ਜਿੰਨੇ ਨਾਦ ਹਨ ਇਹਦੇ 'ਚ ਵਿਸਮਾਦ ਦੇ ਦਰਸ਼ਨ ਹੋ ਰਹੇ ਹਨ। ਇਹ ਸਭ ਵਿਸਮਾਦ ਤੋਂ ਬਣਿਆ ਹੈ ਔਰ ਨਾਦ ਵਿੱਚ ਆਪਣੇ ਮਨ ਨੂੰ ਖੋ ਦੇਣਾ ਵਿਸਮਾਦ ਦੇ ਦਰਸ਼ਨ ਕਰਨਾ ਹੈ। ਇੱਥੇ ਮਿਲਣ ਹੈ ਜਿੱਥੇ ਕੋਈ ਗੁਰੂ ਮਿਲ ਜਾਏ। ਵਿਸਮਾਦ ਨਾਦ, ਵਿਸਮਾਦ ਵੇਦ, ਵੇਦ ਤੋਂ ਭਾਵ ਗਿਆਨ, ਨੌਲੇਜ, ਅਵੇਅਰਨੈਸ। ਉਸ ਅਵੇਅਰਨੈਸ ਵਿੱਚ ਵਿਸਮਾਦ ਹੈ। ਸਾਰੇ ਗਿਆਨ ਨੂੰ ਜਾਣ ਲੈਣਾ ਵਿਸਮਾਦਿਤ ਹੋਣਾ ਹੈ ਔਰ ਵਿਸਮਾਦ ਸਾਰੇ ਗਿਆਨ ਦਾ ਸੋਰਸ ਹੈ। ਇੱਕ ਸੈਲੀਬ੍ਰੇਸ਼ਨ ਜਿਵੇਂ ਸਮਝ ਲਈਏ। ਜਿਸ ਆਨੰਦ ਨੂੰ ਗੁਰੂ ਅਮਰਦਾਸ ਨੇ ਆਨੰਦ ਕਿਹਾ ਹੈ, ਮੈਨੂੰ ਲੱਗਦਾ ਹੈ ਸਾਹਿਬ ਉਸ ਨੂੰ ਵਿਸਮਾਦ ਕਹਿ ਰਹੇ ਹਨ। ਸ਼ਬਦਾਂ ਦਾ ਹੇਰ ਫੇਰ ਮਿਲੇਗਾ ਕਿੱਥੇ, ਇਹ ਵੀ ਵਿਚਾਰ ਗੁਰੂ ਕਰਨਗੇ। ਪਰ ਇਹ ਗੁਰੂ ਨਾਨਕ ਸਾਹਿਬ ਦੇ ਪਰਸਨਲ ਜੀਵਨ ਬਾਰੇ ਵੀ ਇੱਕ ਆਈ ਓਪਨਰ ਹੈ। ਅਸੀਂ ਗੁਰੂ ਨੂੰ ਸਰੀਰ, ਫੋਟੋ, ਇਹ ਸਭ ਕੁਝ ਜਾਣ ਕੇ ਗੁਰੂ ਨਾਨਕ ਜਾਣਦੇ ਹਾਂ, ਪਰ ਗੁਰੂ ਨਾਨਕ ਸਾਹਿਬ ਇੱਕ ਵਿਸਮਾਦਿਤ ਅਵਸਥਾ ਵਿੱਚ ਹਾਜ਼ਰ ਹਨ। ਇਸ ਨੂੰ ਜਾਣ ਲੈਣਾ ਇੱਕ ਨੌਲੇਜ ਵਧਾਉਣ ਦਾ ਤਰੀਕਾ ਹੈ, ਪਰ ਇਸ ਨੂੰ ਐਕਸਪੀਰੀਅੰਸ ਕਰ ਲੈਣਾ ਬ੍ਰਹਮ ਗਿਆਨ ਨੂੰ ਜਾਣ ਲੈਣਾ ਹੈ। ਗੁਰੂ ਨੂੰ ਮਿਲਣ ਦਾ ਤਰੀਕਾ ਹੋ ਗਿਆ। ਮਿਲ ਗਏ ਗੁਰੂ ਨੂੰ। ਨਾਨਕ ਭਗਤਾ ਸਦਾ ਵਿਗਾਸ, ਭਗਤ ਬਣ ਗਏ ਗੁਰੂ ਦੇ। ਮਨ ਗਿਰ ਗਿਆ, ਵਿਗਾਸ ਮਿਲ ਗਿਆ, ਵਿਸਮਾਦ ਮਿਲ ਗਿਆ। ਇੱਕ ਸਤੋਰੀ ਵਿੱਚ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ। ਮਹਾਰਾਜ ਕਹਿੰਦੇ ਨੇ ਜਿਤਨੇ ਜੀ ਜੰਤ ਸਭ ਵਿਸਮਾਦ ਦੇ ਕਾਰਨ ਹਨ, ਉਹਨਾਂ ਦੇ ਭੇਦ ਸਭ ਵਿਸਮਾਦ ਦੇ ਕਾਰਨ ਹਨ। ਸਭ ਵਿਸਮਾਦ ਹੀ ਹੈ। ਸਾਨੂੰ ਫਾਰਮ ਦਿਖਦਾ ਹੈ, ਗੁਰੂ ਨੂੰ ਵਿਸਮਾਦ ਦਿਖਦਾ ਹੈ। ਅਸੀਂ ਇਹਨਾਂ ਅੱਖਾਂ ਨਾਲ ਦੇਖਦੇ ਹਾਂ, ਗੁਰੂ ਇਕਾਗਰ ਜਾਗਰਤ ਮਨ ਦੀ ਅਵਸਥਾ ਨਾਲ ਦੇਖਦੇ ਹਨ। ਉਹਨਾਂ ਦੀ ਦ੍ਰਿਸ਼ਟੀ ਟਾਈਮਲੈਸ ਹੈ, ਸਾਡੀ ਦ੍ਰਿਸ਼ਟੀ ਕਾਲ ਦੇ ਅੰਦਰ ਹੈ। ਵਿਸਮਾਦ ਰੂਪ, ਵਿਸਮਾਦ ਰੰਗ। ਅਸੀਂ ਰੂਪ ਦੇਖਦੇ ਹਾਂ, ਫਾਰਮ ਦੇਖਦੇ ਹਾਂ, ਮਾੜਾ ਜਾਂ ਚੰਗਾ। ਗੁਰੂ ਸਭ ਵਿਸਮਾਦ ਦੇਖ ਰਿਹਾ ਹੈ। ਕਨੈਕਸ਼ਨ ਹੀ ਵਿਸਮਾਦ ਨਾਲ ਹੈ, ਰੂਪ ਨਾਲ ਨਹੀਂ ਹੈ। ਮੇਰਾ ਕਨੈਕਸ਼ਨ ਰੂਪ ਨਾਲ ਹੈ, ਵਿਸਮਾਦ ਮੇਰੇ ਜੀਵਨ ਵਿੱਚ ਨਹੀਂ ਆ ਸਕੇਗਾ। ਇਹੀ ਵਿਘਨ ਹੈ ਮੇਰਾ। ਵਿਸਮਾਦ ਔਰ ਮੇਰੇ ਦੇ ਵਿੱਚ ਇਹੀ ਭੇਦ ਹੈ
ਕਿ ਰੂਪ ਨੂੰ ਮੈਂ ਦੇਖ ਕੇ ਰੂਪ ਤੋਂ ਇੰਸਪਾਇਰ ਹੁੰਦਾ ਹਾਂ। ਗੁਰੂ ਨਾਨਕ ਸਾਹਿਬ ਸ਼ਬਦ ਤੋਂ ਇੰਸਪਾਇਰਡ ਨੇ, ਵਿਸਮਾਦ ਤੋਂ ਜੁੜੇ ਹਨ। ਤਾਂ ਹੀ ਉਹ ਸਿੱਖ ਨੂੰ ਬਾਰ-ਬਾਰ ਪ੍ਰੇਰਦੇ ਹਨ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਰਾਤ ਦੇ ਹਨੇਰੇ ਵਿੱਚ ਕੋਈ ਲੱਭਦਾ ਹੋਇਆ ਸਿੱਖ ਜ਼ੋਰ ਦੀ ਬਾਂਗ ਮਾਰਦਾ ਹੈ, ਮੂਲ ਮੰਤਰ ਦੀ ਆਵਾਜ਼ ਨਾਲ ਮਨ ਨੂੰ ਭਰ ਦਿੰਦਾ ਹੈ। ਗੁਰੂ ਹਾਜ਼ਰ ਹੋ ਜਾਂਦਾ ਹੈ, ਮਨ ਬਦਲ ਜਾਂਦਾ ਹੈ। ਜਦੋਂ ਨਿਤ ਕਰਦਾ ਹੈ ਤਾਂ ਜੀਵਨ ਦਾ ਆਧਾਰ ਬਦਲ ਜਾਂਦਾ ਹੈ। ਇਹ ਦੁੱਖ ਸੁੱਖ ਔਰ ਚੇਂਜਿੰਗ ਮਨ ਦੂਰ ਚਲਾ ਜਾਂਦਾ ਹੈ। ਮਨ ਦੇ ਵਿੱਚ ਇੱਕ ਵਿਸਮਾਦ ਬੈਠਦੇ ਹੀ, ਆਵਾਜ਼ ਮਾਰਦੇ ਹੀ, ਬਾਣੀ ਦੇ ਦਰਸ਼ਨ ਕਰਦੇ ਹੀ ਵਿਸਮਾਦਤ ਮਨ ਹਾਜ਼ਰ ਹੋ ਜਾਂਦਾ ਹੈ। ਆਤਮ ਰਸ ਇਸ ਵਿਸਮਾਦਕ ਅਵਸਥਾ ਦਾ ਅਗਰ ਕੋਈ ਬਿਆਨ ਕਰ ਸਕੇ ਤਾਂ ਸ਼ਾਇਦ ਆਤਮਾ ਦਾ ਰਸ ਕਹਿ ਸਕਦੇ ਹਾਂ। ਮੇਰੀ ਆਤਮਾ ਦੇ ਵਿੱਚ ਇੱਕ ਰਸ ਹੈ, ਉਸ ਨੂੰ ਮੈਂ ਵਿਸਮਾਦ ਜਾਣਦਾ ਹਾਂ। ਜਿਸ ਦਿਨ ਉਸ ਰਸ ਨੂੰ ਮਿਲਾਂਗਾ ਤਾਂ ਵਿਸਮਾਦ ਮਿਲ ਜਾਏਗਾ, ਕੰਡੀਸ਼ਨਲੈਸ ਜੀਵਨ ਮਿਲ ਜਾਏਗਾ, ਫਾਰਮਲੈਸ, ਰੂਪ ਤੋਂ ਪਰੇ, ਰੰਗ ਤੋਂ ਪਰੇ। ਰੰਗਾਂ ਦੀ ਦ੍ਰਿਸ਼ਟੀ ਵਿੱਚ ਅਸੀਂ ਕੀ ਦੇਖਦੇ ਹਾਂ? ਅਨੇਕ ਰੰਗ ਹਨ, ਬੇਅੰਤ ਰੰਗ ਹਨ। ਮੇਰੇ ਖਿਆਲ ਸਾਇੰਸ ਨੇ ਕਿਹਾ ਹੈ ਕਿ 10 ਮਿਲੀਅਨ ਰੰਗ ਹਨ ਨੇਚਰ ਦੇ ਵਿੱਚ। ਸਭ ਰੰਗ ਉੱਥੋਂ ਹੀ ਆ ਰਹੇ ਹਨ। ਪਰ ਉਹਦੇ ਪਿੱਛੇ ਕੀ ਛਿਪਿਆ ਹੈ? ਬਣਾਉਣ ਵਾਲਾ ਵਿਸਮਾਦਿਤ ਰੂਪ ਵਿੱਚ ਹਾਜ਼ਰ ਹੈ ਉਹਨਾਂ ਰੰਗਾਂ ਵਿੱਚ। ਸਾਹਿਬ ਨੂੰ ਉਸ ਅਨੇਕਤਾ ਵਿੱਚ ਇੱਕ ਵਿਸਮਾਦ ਦੀ ਅਵਸਥਾ ਦਾ ਗਿਆਨ ਹੋ ਰਿਹਾ ਹੈ। ਅਸੀਂ ਅਗਰ ਇਹਨਾਂ ਰੰਗਾਂ ਵਿੱਚ ਉਲਝ ਜਾਈਏ, ਇਹਨਾਂ ਦੀ ਥਿਊਰੀਆਂ ਵਿੱਚ ਸਮਾਂ ਲਗਾਈਏ, ਇਹਨਾਂ ਨੂੰ ਜਾਣਨ ਵਿੱਚ ਆਪਣੇ ਮਨ ਨੂੰ ਉਲਝਾਈਏ ਤਾਂ ਕਿਧਰੇ ਸਾਡਾ ਮਨ ਗਿਰੇਗਾ। ਰੰਗਾਂ ਤੋਂ ਪਰੇ ਦਾ ਇਸ ਨੂੰ ਬਣਾਉਣ ਵਾਲੇ ਦੀ ਕੁਝ ਝਲਕ ਸਾਡੇ 'ਤੇ ਪਏਗੀ। ਅਸੀਂ ਵੀ ਕੁਝ ਵਿਸਮਾਦ ਦਾ ਗਿਆਨ ਮਹਿਸੂਸ ਕਰ ਪਾਵਾਂਗੇ। ਮਨ ਨੂੰ ਘੇਰਨ ਦੀ ਤਾਂ ਗੱਲ ਹੈ, ਮੈਂ ਨੂੰ ਘੇਰਨਾ ਹੈ ਤਾਂ ਨਾਮ ਹਾਜ਼ਰ ਹੋਗਾ। ਵਿਸਮਾਦ ਨਾਂਗੇ ਫਿਰੇ ਜੰਤ। ਮਹਾਰਾਜ ਕਹਿੰਦੇ ਹਨ, ਇਹ ਜੰਤ ਜਿੰਨੇ ਫਿਰਦੇ ਹਨ ਦੁਨੀਆ ਵਿੱਚ, ਇਤਨੀ ਅਨੇਕ ਤਰ੍ਹਾਂ ਦੀ ਸਪੀਸੀਜ਼ ਹਨ, ਕਿਤਨੀਆਂ ਦੇ ਇਨਸਾਨ ਨੇ ਮਾਰ ਦਿੱਤੀਆਂ। 6th ਮਾਸ ਐਕਸਟਿੰਕਸ਼ਨ ਚੱਲਦੀ ਪਈ ਹੈ, ਪਰ ਫਿਰ ਵੀ ਕਿਤਨੀਆਂ ਹੀ ਹਨ। ਕੋਈ ਜਨ ਇਹਨਾਂ ਨੂੰ ਸਟੱਡੀ ਕਰੇ ਤਾਂ ਵਿਸਮਾਦ ਵਿੱਚ ਉਤਰ ਜਾਏਗਾ। ਅਨੇਕ ਹਨ, ਕਿਤਨੇ ਅਲੱਗ ਅਲੱਗ ਹਨ, ਕਿਤਨੇ ਅਜਬ ਅਜਬ ਰੂਪ ਹਨ। ਜਦੋਂ ਉਸ ਅਚਰਜਤਾ ਵਿੱਚ ਮਨ ਉਤਰੇਗਾ ਤਾਂ ਵਿਸਮਾਦ ਵਿੱਚ ਪੌੜੀ ਟੁਰ ਪਏਗੀ, ਪੈਰ ਵਿਸਮਾਦ ਵੱਲ ਚੱਲ ਪੈਣਗੇ। ਹੋਰ ਕੀ ਕਹਿ ਪਾਏਗਾ? ਵਾਹ, ਇਹੀ ਕਹਿ ਪਾਏਗਾ, ਵਾਹਿਗੁਰੂ। ਸਾਹਿਬ ਨੇ ਉਸ ਅਵਸਥਾ ਤੋਂ ਦੁਨੀਆ ਦੇਖੀ ਹੈ। ਵਿਸਮਾਦ ਪਾਉਣ, ਵਿਸਮਾਦ ਪਾਣੀ। ਮੇਰਾ ਜੀਵਨ ਵੀ ਪਾਉਣ ਤੋਂ ਹੈ। ਇਹ ਪਵਨ ਹਰੀਕਨ ਵੀ ਬਣ ਜਾਂਦਾ ਹੈ। ਇਹ ਪਵਨ ਮੰਦ ਮੰਦ ਵਰਖਾ ਵੀ ਕਰਦਾ ਹੈ।
ਇਹ ਪਵਨ ਡਿਜ਼ਾਸਟਰ ਵੀ ਬਣ ਸਕਦਾ ਹੈ। ਜੇ ਮੈਂ ਇਸ ਨੂੰ ਪੂਰੀ ਤਰ੍ਹਾਂ ਜਾਣਨ ਵੱਲ ਤੁਰ ਪਵਾਂ ਤਾਂ ਫਿਰ ਮੇਰਾ ਮਨ ਵਿਸਮਾਦ ਵਿੱਚ ਹੀ ਜਾ ਪਏਗਾ, ਵਿਸਮਾਦ ਦੇ ਗਿਆਨ ਵੱਲ ਤੁਰ ਪਏਗਾ। ਹਜੂਰ ਕਹਿੰਦੇ ਹਨ ਇਹ ਸਭ ਕੁਝ ਵਿਸਮਾਦ ਤੋਂ ਹੈ, ਔਰ ਹਜੂਰ ਨੂੰ ਇਹ ਸਭ ਵਿੱਚ ਵਿਸਮਾਦ ਦਿਖਦਾ ਹੈ। ਅਸੀਂ ਕਿਵੇਂ ਗੁਰੂ ਨਾਨਕ ਸਾਹਿਬ ਨੂੰ ਜਾਣ ਸਕਦੇ ਹਾਂ? ਕਿਹੜੀ ਫੋਟੋ, ਕਿਹੜੇ ਰੰਗ, ਕਿਹੜਾ ਸਰੀਰ? ਗੁਰੂ ਦੀ ਮਾਨਸਿਕ ਅਵਸਥਾ ਵੱਲ ਤੁਰਨਾ ਗੁਰੂ ਨੂੰ ਜਾਣ ਲੈਣ ਦੀ ਵਿਧੀ ਹੈ, ਮੈਥਡ ਹੈ। ਔਰ ਉਹ ਪ੍ਰਗਟ ਹੈ ਕਿੱਥੇ? ਗੁਰੂ ਦੀ ਬਾਣੀ ਦੇ ਵਿੱਚ। ਕਿਉਂਕਿ ਵਿਸਮਾਦਕ ਅਵਸਥਾ ਵਿੱਚ ਜਦੋਂ ਗੁਰੂ ਇਸ ਦੁਨੀਆ ਵਿੱਚ ਟੁਰੇ ਹਨ ਤਾਂ ਉਹਨਾਂ ਦੇ ਮਨ ਤੋਂ ਇੱਕ ਆਵਾਜ਼ ਉੱਠੀ ਹੈ, ਮਰਦਾਨਿਆ ਰਬਾਬ ਉਠਾ, ਬਾਣੀ ਆਈ। ਜਿਤਨੀ ਬਾਣੀ ਪ੍ਰਗਟ ਹੈ ਸਾਹਿਬ ਨੇ ਆਪ ਆਦੇਸ਼ ਕੀਤੇ ਹਨ, ਉਹ ਵਿਸਮਾਦ ਤੋਂ ਆ ਰਹੀ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਤਾਂ ਸਭ ਉਸ ਦੇ ਮਿਲਣ ਦੀ ਖੇਡ ਹੈ। ਹਜੂਰ ਨੇ ਨਿਰੰਕਾਰ ਦੇ ਵਿੱਚ ਆਪਣੀ ਬਿਰਤੀ ਲਗਾ ਦਿੱਤੀ ਹੈ, ਔਰ ਉਸ ਤੋਂ ਹੀ ਇਸ ਵਿਸਮਾਦਕ ਬਾਣੀ ਦੀ ਝਲਕ ਪੈ ਰਹੀ ਹੈ, ਪ੍ਰਗਟਾਵਾ ਹੋ ਰਿਹਾ ਹੈ, ਔਰ ਬਾਣੀ ਪ੍ਰਗਟ ਹੋ ਰਹੀ ਹੈ। ਇਸ ਕਰਕੇ ਬਾਣੀ ਦੇ ਨਾਲ ਮਨ ਇਕਾਗਰ ਕਰ ਲੈਣਾ, ਮਨ ਜੋੜ ਲੈਣਾ, ਮਨ ਨੂੰ ਡੇਗ ਦੇਣਾ ਵਿਸਮਾਦ ਤੋਂ ਜਾਣ ਲੈਣ ਦੀ ਵਿਧੀ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਉਸ ਵਿਸਮਾਦਕ ਅਵਸਥਾ ਨੂੰ ਜਾਣ ਲੈਣ ਦੀ ਵਿਧੀ ਬਾਣੀ ਦੇ ਨਾਲ ਮਨ ਨੂੰ ਇਕਾਗਰ ਕਰ ਲੈਣਾ ਹੈ। ਗਾਵੀਏ ਸੁਣੀਏ ਮਨ ਰਖੀਏ ਭਾਓ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਵਿਸਮਾਦ ਨਾਂਗੇ ਫਿਰੇ ਜੰਤ, ਵਿਸਮਾਦ ਪੌਣ ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ। ਅੱਗ ਵੀ ਹੈ, ਪਾਣੀ ਵੀ ਹੈ, ਜਲ ਵੀ ਹੈ, ਸਭ ਅਨੇਕ ਦਰਸ਼ਨ ਹਨ, ਪਰ ਹਜ਼ੂਰ ਨੂੰ ਇੱਕ ਵਿਸਮਾਦ ਦਿਖਦਾ ਹੈ ਹਰ ਜਗ੍ਹਾ, ਸੀਮਲੈਸ। ਵਿਸਮਾਦ ਅਗਨੀ ਖੇਡੇ ਵਿਡਾਣੀ। ਅੱਗ ਦੇ ਵਿੱਚ ਇੱਕ ਅਚਰਜਤਾ ਹਜ਼ੂਰ ਲੱਭਦੇ ਹਨ, ਮਿਲਦੀ ਹੈ। ਉਹਦੇ ਖੇਡ ਨੂੰ ਦੇਖ ਕੇ ਵਿਸਮਾਦਿਤ ਹੁੰਦੇ ਹਨ। ਨਿਰੰਕਾਰ ਦੀ ਕ੍ਰੀਏਸ਼ਨ ਨੂੰ ਦੇਖ ਕੇ ਉਸ ਦੇ ਵਿੱਚ ਹਜ਼ੂਰੀ ਹਾਜ਼ਰ ਹੋ ਜਾਂਦੀ ਹੈ, ਮਨ ਦੀ ਬਿਰਤੀ ਹਾਜ਼ਰ ਹੋ ਜਾਂਦੀ ਹੈ। ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ ਵਿਸਮਾਦ ਖਾਣੀ। ਇਸ ਧਰਤੀ ਨੂੰ ਦੇਖ ਕੇ ਵਿਸਮਾਦ ਹਨ, ਦੁਨੀਆ ਦੀ ਸਾਰੀਆਂ ਧਰਤੀਆਂ ਨੂੰ ਦੇਖ ਕੇ ਵਿਸਮਾਦ ਹਨ। ਔਰ ਇਹਦੇ ਵਿੱਚ ਜਿਹੜੇ ਖਾਣੀ, ਜਿਹੜੇ ਜੰਤ ਹਨ, ਅਲੱਗ ਖਾਣਾ ਨੇ, ਅੰਡਜ ਜੇਰਜ ਉਤਬੁਜ, ਜਿੱਥੋਂ ਜਿੱਥੋਂ ਜੀ ਜੰਤ ਬਣਦੇ ਹਨ, ਸੇਤਜ, ਇਹ ਖਾਣੀ ਹਨ। ਮੈਨੂੰ ਇੱਕ ਗੱਲ ਸਮਝ ਆਈ ਕਿ ਇਹ ਤਾਂ ਸਾਰੀ ਕ੍ਰੀਏਸ਼ਨ ਦੀ ਹੀ ਗੱਲ ਹਜ਼ੂਰ ਕਰਦੇ ਪਏ ਹਨ, ਪਰ ਉਸ ਕ੍ਰੀਏਸ਼ਨ ਦੇ ਵਿੱਚ ਮਹਾਰਾਜ ਨਿਰੰਕਾਰ ਨੂੰ ਵਿਸਮਾਦਿਤ ਰੂਪ ਵਿੱਚ ਜਾਣ ਰਹੇ ਹਨ। ਉਹਨਾਂ ਨੂੰ ਸਭ ਵਿਸਮਾਦ ਦਿਖ ਰਿਹਾ ਹੈ, ਜਿਵੇਂ ਉਹਨਾਂ ਨੂੰ ਸਭ ਸੱਚ ਦਿਖ ਰਿਹਾ ਹੈ।
ਜਿਵੇਂ ਖੰਡ ਬ੍ਰਹਮੰਡ ਮੈਨੂੰ ਖੰਡ ਔਰ ਬ੍ਰਹਮੰਡ ਦੀ ਤਰ੍ਹਾਂ ਦਿਖਦੇ ਹਨ, ਸਾਹਿਬ ਨੂੰ ਸੱਚ ਦੇ ਪ੍ਰਗਟਾਵੇ ਵਿੱਚ ਦਿਖਦੇ ਹਨ। ਮੇਰੀ ਦ੍ਰਿਸ਼ਟੀ ਸਮੇਂ ਦੇ ਅੰਦਰ ਹੈ, ਲੌਜਿਕ ਦੇ ਵਿੱਚ ਹੈ, ਤਾਂ ਬੀਬਾ ਦਾ ਪ੍ਰਸ਼ਨ ਲਾਜ਼ਮੀ ਹੈ। ਪਰ ਗੁਰੂ ਦੀ ਦ੍ਰਿਸ਼ਟੀ ਲੌਜਿਕ ਤੋਂ ਪਰੇ ਹੈ। ਉਹ ਦਰਸ਼ਨਿਕ ਰੂਪ ਦ੍ਰਿਸ਼ਟੀ ਹੈ, ਜਿਹਦੇ ਵਿੱਚ ਕੋਈ ਥਾਟ ਨਹੀਂ ਹੈ, ਇੱਕ ਮਿਲਣ ਹੈ, ਇੱਕ ਸੈਲੀਬ੍ਰੇਸ਼ਨ ਹੈ, ਇੱਕ ਆਨੰਦ ਦੀ ਵਰਖਾ ਹੈ। ਅਸੀਂ ਉਸ ਆਨੰਦ ਨੂੰ ਨਹੀਂ ਜਾਣਦੇ ਤਾਂ ਸਾਨੂੰ ਨਹੀਂ ਪਤਾ ਕਿ ਸਾਰੀ ਸ੍ਰਿਸ਼ਟੀ ਦੇ ਕਣਕੇ ਕਣਕੇ ਦੇ ਵਿੱਚ ਆਨੰਦ ਛਿਪਿਆ ਹੈ, ਵਿਸਮਾਦ ਛਿਪਿਆ ਹੈ। ਅਸੀਂ ਆਪਣੇ ਮਨ ਦੇ ਵਿੱਚ ਉਲਝੇ ਹੋਏ ਸੁੱਖ ਔਰ ਦੁੱਖ ਦੇ ਵਿੱਚ ਹੀ, ਚਰਨਿੰਗ ਵਿੱਚ ਹੀ ਲੱਗੇ ਹੋਏ ਹਾਂ, ਸਮੇਂ ਦੇ ਵਿੱਚ ਹੀ ਖੇਡਣਾ ਚਾਹੁੰਦੇ ਹਾਂ, ਉਸ ਤੋਂ ਪਰੇ ਨਹੀਂ। ਸਾਡੀ ਚਾਲ ਉਸ ਇਕਾਗਰ ਮਨ ਦੀ ਅਵਸਥਾ ਵੱਲ ਨਹੀਂ ਹੈ, ਜੀਵਨ ਦੀ ਉਲਝਣ ਵੱਲ ਹੈ। ਇਸ ਕਰਕੇ ਮਨ ਸਦਾ ਉਲਝਣ ਵਿੱਚ ਹੀ ਰਹਿੰਦਾ ਹੈ। ਕਹਿਣ ਨੂੰ, ਸੁਣਨ ਨੂੰ, ਜੋ ਵੀ ਹੋਏ। ਪਿਛਲੀ ਵਾਰੀ ਅਸੀਂ ਵਿਚਾਰਿਆ ਸੀ, ਜੋ ਜੀ ਹੋਏ ਸੋ ਗਵੇ। ਜੋ ਜੀ ਵਿੱਚ ਹੈ ਉਹੀ ਮੇਰੇ ਐਕਸਪੀਰੀਅੰਸ ਵਿੱਚ ਸਾਹਮਣੇ ਆਉਂਦਾ ਹੈ। ਮਨ ਦੇ ਵਿੱਚ ਹੀ ਬੀਜ ਬੋਏ ਜਾਂਦੇ ਹਨ, ਜਿਹਦੇ ਨਾਲ ਮੇਰਾ ਜੀਵਨ ਬਣਦਾ ਹੈ। ਕਿਸੇ ਦੂਸਰੇ ਨੂੰ ਦੋਸ਼ ਨਹੀਂ ਦੇਣਾ ਹੈ, ਮੇਰੇ ਹੀ ਬੀਜ ਬੋਏ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਇਸ ਵਿਸਮਾਦ ਵੱਲ ਸਾਨੂੰ ਪ੍ਰੇਰ ਰਹੇ ਹਨ। ਬਦਲ ਲਓ, ਚਾਲ ਬਦਲ ਦਿਓ, ਬੀਜ ਬਦਲ ਦਿਓ। ਸਭ ਵਿਸਮਾਦ ਹੈ, ਇਹਨੂੰ ਐਕਸਪੀਰੀਅੰਸ ਕਰ ਲਓ, ਜਾਣ ਲਓ। ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਪ੍ਰਾਣੀ। ਇਸੇ ਵਿੱਚ ਹੀ ਗਗਨ ਦਾ ਪ੍ਰਸ਼ਨ ਉੱਠਦਾ ਹੈ। ਵਿਸਮਾਦ ਸਾਧ, ਸਵਾਦ ਆ ਰਿਹਾ ਹੈ। ਉਸ ਵਿਸਮਾਦ ਕਰਕੇ ਹੀ ਮੈਨੂੰ ਸਵਾਦ ਆ ਰਿਹਾ ਹੈ। ਸਾਰੇ ਪ੍ਰਾਣੀ ਉਸ ਸਵਾਦ ਦੇ ਵਿੱਚ ਉਲਝੇ ਹੋਏ ਹਨ। ਉਸ ਸਵਾਦ ਤੋਂ ਪਰੇ ਜੋ ਉਹਦਾ ਵਿਸਮਾਦਕ ਅਵਸਥਾ ਹੈ, ਉਸ ਨੂੰ ਮੈਂ ਨਹੀਂ ਜਾਣਦਾ। ਇਸ ਕਰਕੇ ਇਸ ਸਵਾਦ ਨਾਲ ਮੈਂ ਟੁੱਟਦਾ ਨਹੀਂ ਹਾਂ। ਜਿਸ ਦਿਨ ਮੇਰਾ ਜੀਵਨ ਉਸ ਵਿਸਮਾਦਕ ਅਵਸਥਾ ਨੂੰ ਸ਼ਾਇਦ ਥੋੜ੍ਹਾ ਜਿਹਾ ਵੀ ਜਾਣ ਲਏਗਾ, ਇਸ ਸਵਾਦ ਤੋਂ ਟੁੱਟਣਾ ਸ਼ੁਰੂ ਹੋ ਜਾਏਗਾ। ਜੇ ਨਹੀਂ ਵੀ ਟੁੱਟੇਗਾ ਤਾਂ ਮਾਨਸਿਕ ਤੌਰ ਤੋਂ ਮਨ ਦੀ ਅਵਸਥਾ ਟੁੱਟੀ ਹੋਈ ਹੀ ਹੋਏਗੀ। ਸਵਾਦ ਵਿੱਚ ਵੀ ਰਹਿੰਦਾ ਹੋਇਆ ਉਸ ਤੋਂ ਨਿਰਲੇਪ ਰਹੇਗਾ। ਮਹਾਰਾਜ ਨੇ ਸਾਨੂੰ ਇਹੀ ਸਮਝਾਇਆ ਹੈ। ਅਗਰ ਸਵਾਦ ਨਾ ਹੋਏ ਤਾਂ ਜੀਣਾ ਮੁਸ਼ਕਿਲ ਹੈ, ਦੁਨੀਆ ਹੀ ਨਹੀਂ ਚੱਲ ਪਾਏਗੀ। ਇਹ ਸਾਰੀ ਦੁਨੀਆ ਐਸੇ ਕਰਕੇ ਚੱਲ ਰਹੀ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਕੁਛ ਨਾ ਕੁਛ ਸਵਾਦ, ਕੁਛ ਰਸ ਆ ਰਿਹਾ ਹੈ। ਔਰ ਬਾਣੀ ਵਿੱਚ ਵੀ ਰਸਾਂ ਦੀ ਗੱਲ ਕੀਤੀ ਹੈ। ਅਨੇਕ ਤਰ੍ਹਾਂ ਦੇ ਰਸ ਹਨ। ਮਿੱਠਾ ਹੈ, ਮਾਸ ਹੈ, ਇਹ ਸਭ ਰਸਾਂ ਦੀ ਗੱਲ ਹੈ। ਉਹ ਕਿਸੇ ਨੂੰ ਰਸ ਆ ਰਿਹਾ ਹੈ, ਕਿਸੇ ਨੂੰ ਆਪਣੀ ਹੰਕਾਰ ਦਾ ਰਸ ਹੈ, ਕਿਸੇ ਨੂੰ ਚੌਧਰ ਦਾ ਰਸ ਹੈ, ਕਿਸੇ ਨੂੰ ਮਾਇਆ ਦਾ ਰਸ ਹੈ। ਰਸ ਕਰਕੇ ਹੀ ਜੀਵਨ ਚੱਲ ਰਿਹਾ ਹੈ। ਪਰ ਇਹਨਾਂ ਸਾਰਿਆਂ ਰਸਾਂ ਦਾ ਸੋਰਸ ਕਿੱਥੇ ਹੈ? ਉਸ ਆਤਮ ਰਸ ਦੀ ਗੱਲ ਵਿਸਮਾਦ ਦੇ ਵਿੱਚ ਹੈ। ਉਹਦੇ ਨਾਲ ਜੁੜਨਾ ਸਾਰੀ ਸ੍ਰਿਸ਼ਟੀ ਦੇ ਵਿਸਮਾਦ ਨਾਲ ਜੁੜਨਾ ਹੈ। ਗਗਨਦੀਪ ਵੀਰ ਦਾ ਪ੍ਰਸ਼ਨ ਲਾਜ਼ਮੀ ਹੈ। ਉਸ ਤੋਂ ਪਰੇ ਮਹਾਰਾਜ ਅੱਜ ਦੱਸਦੇ ਹਨ, ਵਿਸਮਾਦ ਸਾਧ ਲਗੇ ਪ੍ਰਾਣੀ, ਕਿ ਇਹ ਵਿਸਮਾਦ ਤੋਂ ਸਾਰੇ ਸਵਾਦ ਬਣੇ ਹਨ ਔਰ ਸਾਰੇ ਪ੍ਰਾਣੀ ਉਹਦੇ ਨਾਲ ਜੁੜੇ ਹਨ।
ਦੋ ਕਾਰ ਦੁਨੀਆ ਵਿੱਚ ਲਗਾਤਾਰ ਚੱਲਦੇ ਹਨ, ਜੁੜਨਾ ਔਰ ਮਿਲਣਾ, ਸੰਜੋਗ ਔਰ ਵਿਯੋਗ। ਕਿਸੇ ਵੀ ਮਿਲਣ ਦੇ ਵਿੱਚ ਉਹਦਾ ਵਿਛੋੜਾ ਵੀ ਲਿਖਿਆ ਹੈ। ਇੱਕ ਮਾਤਾ ਆਪਣੇ ਬੱਚੇ ਨਾਲ ਆਨੰਦ ਵਿੱਚ ਹੁੰਦੀ ਹੈ, ਬੱਚੇ ਨਾਲ ਮਿਲਣ ਹੋਇਆ ਹੈ, ਪਰ ਉਸ ਮਿਲਣ ਦੇ ਅੰਦਰ ਉਹਦਾ ਵਿਛੋੜਾ ਵੀ ਲਿਖਿਆ ਹੈ। ਸਮੇਂ ਦੇ ਆਉਣ 'ਤੇ ਇਹ ਵਿਛੋੜਾ ਆਏਗਾ। ਅਗਰ ਮੈਂ ਇਸ ਸੰਯੋਗ ਨਾਲ ਜੁੜਦਾ ਹਾਂ ਤਾਂ ਉਸ ਵਿਯੋਗ ਵਿੱਚ ਦੁਖੀ ਹੋਵਾਂਗਾ, ਕਿਉਂਕਿ ਮੈਂ ਉਹਦਾ ਸੁੱਖ ਭੋਗ ਲਿਆ। ਹੁਣ ਉਹਦਾ ਦੁੱਖ ਵੀ ਮੇਰੇ ਸਾਹਮਣੇ ਆਏਗਾ। ਪਰ ਅਗਰ ਮੈਂ ਇਸ ਸੰਯੋਗ ਦੇ ਵਿਯੋਗ ਦੇ ਪਿੱਛੇ ਛਿਪੇ ਵਿਸਮਾਦ ਨੂੰ ਜਾਣ ਲਵਾਂਗਾ ਤਾਂ ਇਹ ਦੁੱਖ ਸੁੱਖ ਆਉਣਗੇ ਜਾਣਗੇ, ਪਰ ਮੇਰੇ ਨਾਲ ਵਿਸਮਾਦ ਰਹੇਗਾ। ਉਸ ਵਿਸਮਾਦ ਦਾ, ਇਸ ਸੰਯੋਗ ਵਿਯੋਗ ਦਾ ਸੋਰਸ ਵਿਸਮਾਦ ਹੈ। ਉਸ ਵਿਸਮਾਦ ਨੂੰ ਜਾਣ ਲੈਣਾ ਜੀਵਨ ਨੂੰ ਜਾਣ ਲੈਣਾ ਹੈ, ਉਹਦੇ ਸੋਰਸ ਨੂੰ ਜਾਣ ਲੈਣਾ ਹੈ। ਜਿਵੇਂ ਹਿੰਦੂ ਮਾਈਥੋਲੋਜੀ ਵਿੱਚ ਮੰਨਦੇ ਹਨ ਕਿ ਗੰਗੋਤਰੀ ਜਾਣਾ ਹੈ। ਕਿਉਂ ਜਾਣਾ ਹੈ? ਗੰਗਾ ਦਾ ਸੋਰਸ ਲੈਣਾ ਹੈ। ਦਰਅਸਲ ਸੋਰਸ ਤਾਂ ਆਪਣਾ ਲੈਣਾ ਹੈ। ਮੇਰਾ ਸੋਰਸ ਕੀ ਹੈ? ਮੈਂ ਕਿੱਥੋਂ ਆ ਰਿਹਾ ਹਾਂ? ਮਹਾਰਾਜ ਸਾਨੂੰ ਸਮਝਾ ਰਹੇ ਹਨ ਕਿ ਉਹਨਾਂ ਦੀ ਦ੍ਰਿਸ਼ਟੀ ਵਿੱਚ ਇਹ ਸਾਰੀ ਕ੍ਰੀਏਸ਼ਨ ਇੱਕ ਵਿਸਮਾਦ ਹੈ, ਇੱਕ ਸਤੋਰੀ ਹੈ, ਇੱਕ ਆਹਾ ਮੂਮੈਂਟ ਹੈ, ਇੱਕ ਸੈਲੀਬ੍ਰੇਸ਼ਨ ਹੈ, ਇੱਕ ਆਨੰਦ ਹੈ, ਔਰ ਉਹ ਸਦਾ ਲਈ ਹੈ। ਔਰ ਉਸ ਸਾਰੀ ਕ੍ਰੀਏਸ਼ਨ ਦਾ ਸੋਰਸ ਵੀ ਉਹੀ ਹੈ। ਵਿਸਮਾਦ ਭੂਖ, ਵਿਸਮਾਦ ਭੋਗ। ਭੁੱਖਾਂ ਕਰਕੇ ਭੋਗ ਬਣਦਾ ਹੈ। ਮੈਨੂੰ ਭੁੱਖ ਲੱਗਦੀ ਹੈ, ਕਾਮ ਦੀ ਭੁੱਖ ਹੈ, ਰੋਟੀ ਦੀ ਭੁੱਖ ਹੈ, ਚੌਧਰ ਦੀ ਭੁੱਖ ਹੈ, ਪੈਸੇ ਦੀ ਭੁੱਖ ਹੈ। ਇਹ ਸਭ ਭੋਗ ਇੰਸਪਾਇਰ ਕਰਦੀ ਹੈ। ਪਰ ਇਹ ਆ ਕਿੱਥੋਂ ਰਿਹਾ ਹੈ? ਵਿਸਮਾਦ ਤੋਂ। ਉਸ ਵਿਸਮਾਦ ਨੂੰ ਜਾਣ ਲੈਣਾ, ਇਹਨਾਂ ਤੋਂ ਮੁਕਤ ਹੋ ਜਾਣਾ ਹੈ। ਵਿਸਮਾਦ ਸਿਫਤ, ਵਿਸਮਾਦ ਸਲਾਹ। ਮਹਾਰਾਜ ਕਹਿੰਦੇ ਨੇ ਉਹਦੀ ਸਿਫਤ ਔਰ ਸਲਾਹ ਦੇ ਵਿੱਚ ਉਸ ਵਿਸਮਾਦ ਦੀ ਹਜ਼ੂਰੀ ਹੈ। ਉਸ ਦੇ ਗੁਣ ਗਾਣ ਦੇ ਵਿੱਚ ਉਸ ਵਿਸਮਾਦ ਵੱਲ ਟੁਰ ਪਵਾਂਗੇ, ਉਸ ਨੂੰ ਜਾਣ ਲਵਾਂਗੇ। ਵਿਸਮਾਦ ਉਜੜ, ਵਿਸਮਾਦ ਰਾਹ। ਇਹ ਸਭ ਹੈਪਨਿੰਗਸ ਹਨ, ਇਮੋਸ਼ਨਲ ਇੰਸਟੈਂਸਿਸ ਲਾਈਫ ਦੇ ਹਨ। ਕੋਈ ਉਜੜ ਰਿਹਾ ਹੈ, ਕੋਈ ਰਾਹ ਪੈ ਰਿਹਾ ਹੈ, ਸਭ ਦੇ ਪਿੱਛੇ ਵਿਸਮਾਦ ਖੇਡ ਰਿਹਾ ਹੈ। ਅਸੀਂ ਉਸ ਵਿਸਮਾਦ ਨੂੰ, ਉਸ ਥਰਡ ਡਾਇਮੈਂਸ਼ਨ ਨੂੰ ਜੀਵਨ ਦੇ ਜਾਣ ਲਵਾਂਗੇ ਤਾਂ ਇਹਨਾਂ ਦੋਨਾਂ ਤੋਂ ਮੁਕਤ ਹੋ ਜਾਵਾਂਗੇ। ਜਿਵੇਂ ਸਾਹਿਬ ਸੋਰਸ ਜੀਵਨ ਦਾ ਸਾਨੂੰ ਦੱਸ ਰਹੇ ਹੋਣ। ਵਿਸਮਾਦ ਨੇੜੇ, ਵਿਸਮਾਦ ਦੂਰ। ਕਿਸੇ ਨੂੰ ਨੇੜੇ ਦਿਖਦਾ ਹੈ, ਕਿਸੇ ਨੂੰ ਦੂਰ ਦਿਖਦਾ ਹੈ। ਆਪਣੇ ਹੀ ਕਰਮਾਂ ਕਰਕੇ ਚਾਹੇ, ਸਭ ਵਿਸਮਾਦ ਦੇ ਕਾਰਨ ਕਰਕੇ ਹੈ। ਵਿਸਮਾਦ ਦੇਖੇ ਹਾਜ਼ਰਾ ਹਜ਼ੂਰ। ਔਰ ਕਿਸੇ ਨੂੰ ਉਹ ਹਾਜ਼ਰ ਹਜ਼ੂਰ ਦਿਖਦਾ ਹੈ। ਉਹ ਕਿਹੜੀ ਦ੍ਰਿਸ਼ਟੀ ਹੈ ਮਹਾਰਾਜ? ਜਿਸ ਨਾਲ ਹਾਜ਼ਰਾ ਹਜ਼ੂਰ ਦਿਖਦਾ ਹੋਏ। ਮਹਾਰਾਜ ਕਹਿੰਦੇ ਨੇ ਵੇਖ ਵਿਡਾਨ, ਰਹਿਆ ਵਿਸਮਾਦ। ਅਚਰਜਤਾ ਦੇ ਵਿੱਚ ਮਨ ਨੂੰ ਵਿਸਮਾਦ ਦੇ ਵਿੱਚ ਲੈ ਜਾਈਏ, ਇੱਕ ਧੁਨ ਦੇ ਵਿੱਚ ਲੈ ਜਾਈਏ, ਇੱਕ ਧੁਨੀ ਦੇ ਵਿੱਚ ਲੈ ਜਾਈਏ।
ਮਹਾਰਾਜ ਦੀ ਬਾਣੀ ਦੇ ਆਪਣੇ ਹੀ ਸ਼ਬਦ ਹਨ। ਬਿਸਮ 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 ਹੀ ਪਈ ਹੈ, ਲਾਲ ਗੁਲਾਲ ਰੰਗਾਰੇ। ਕਹਿ ਨਾਨਕ ਸੰਤਨ ਰਸ ਆਈ ਹੈ, ਜਿਉ ਚਾਖ ਗੂੰਗਾ ਮੁਸਕਾਰੇ। ਕਹਿੰਦੇ ਹਨ ਬਿਸਮਾਦ ਵਿੱਚ ਹੀ ਹਾਂ। ਜਿਵੇਂ ਕਿਸੇ ਗੂੰਗੇ ਨੇ ਮਿੱਠਾ ਖਾ ਲਿਆ ਹੋਏ, ਉਸ ਨੂੰ ਪਤਾ ਹੀ ਨਾ ਹੋਏ, ਕਿਵੇਂ ਦੱਸੀਏ ਉਹਦੇ ਬਾਰੇ। ਮਹਾਰਾਜ ਸਾਨੂੰ ਸਮਝਾ ਰਹੇ ਹਨ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਇੱਕ ਪੁਰਖ ਤੋਂ ਨਾਰ ਜੰਮਦੀ ਹੈ, ਮਰਦ ਤੋਂ ਔਰਤ ਦਾ ਜਨਮ ਹੁੰਦਾ ਹੈ, ਔਰ ਔਰਤ ਤੋਂ ਮਰਦ ਦਾ ਜਨਮ ਹੁੰਦਾ ਹੈ। ਇਹਨੂੰ ਬੁੱਝੀਏ, ਇਸ ਚੇਂਜ 'ਚੋਂ ਬੁੱਝੀਏ, ਇਹਦੇ ਬਿਯੋਂਡ ਕੀ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਖਤ ਕਹਾਣੀ। ਮਨ ਦੇ ਵਿੱਚ ਇੱਕ ਧੁਨ ਹੈ ਕਹਿ ਰਹੇ ਹਨ। ਇਹ ਤੇ ਹੁਣ ਐਕਸਪੀਰੀਐਂਸ਼ੀਅਲ ਗੱਲ ਹੈ। ਮੈਂ ਕਹਿ ਦਿਆਂ ਕੋਈ ਧੁਨ ਹੈ, ਇਹ ਸੁਣਨ ਔਰ ਬੋਲਣ ਵਿੱਚ ਤਾਂ ਧੁਨ ਦਿਖਦੀ ਹੈ, ਪਰ ਇਹਦਾ ਐਕਸਪੀਰੀਅੰਸ ਕੀ ਹੈ। ਇਹ ਤਾਂ ਹਜ਼ੂਰ ਨੇ ਸਾਨੂੰ ਜਪਜੀ ਵਿੱਚ ਪ੍ਰੇਰਿਆ ਹੈ, ਗਾਵੀਏ ਸੁਣੀਏ ਮਨ ਰੱਖੀਏ ਭਾਵ। ਇਸ ਭਾਵਨਾ ਦੀ ਧੁਨ ਹੈ, ਪ੍ਰੇਮ ਜਗ ਗਿਆ ਹੈ ਮਨ ਵਿੱਚ। ਧਿਆਨ ਦੀ ਗੱਲ ਕਰਦੇ ਹਨ ਧੁਨ ਦੇ ਵਿੱਚ, ਜਦੋਂ ਮਨ ਇਕਾਗਰ ਹੋ ਜਾਏ, ਵਿਚਾਰ ਤੋਂ ਪਰੇ ਚਲਾ ਜਾਏ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਔਰ ਉਸ ਧਿਆਨ ਵਿੱਚ ਜਾਣਿਆ ਗੁਰਮੁਖ ਅਕਥ ਕਹਾਣੀ। ਕਹਿੰਦੇ ਹਨ ਉਹ ਕਹਾਣੀ ਦੱਸੀ ਨਹੀਂ ਜਾ ਸਕਦੀ।